ਜੋ ਆਪਾਂ ਲਾਸਟ ਸਟੱਡੀ ਕੀਤਾ ਸੀ ਅਸੀਂ ਕੀਤਾ ਸੀਗਾ ਇਹਦਾ ਸੈਕਸ਼ਨ ਸੀ ਦਾ ਫਿਜ਼ੀਬਿਲਿਟੀ, ਠੀਕ ਹੈ। ਫਿਜ਼ੀਬਿਲਿਟੀ ਰਿਪੋਰਟ ਆਪਾਂ ਕਿਵੇਂ ਬਣਾਉਂਦੇ ਹਾਂ ਅਤੇ ਫਿਜ਼ੀਬਿਲਿਟੀਜ਼ ਕਿਹੜੀਆਂ ਕਿਹੜੀਆਂ ਹੁੰਦੀਆਂ। ਅਤੇ ਹੁਣ ਜਿਹੜਾ ਆਪਾਂ ਸਟੱਡੀ ਕਰਨਾ ਅਸੀਂ ਨੈਕਸਟ ਕਰਨਾ ਸਿਸਟਮ ਡਿਜ਼ਾਈਨ, ਠੀਕ ਹੈ। ਇਹਦੇ ਵਿੱਚ ਤੁਹਾਡਾ ਹੈਗਾ ਦਾ ਪ੍ਰੋਸੈਸ ਆਫ ਡਿਜ਼ਾਈਨ, ਉਹ 'ਚ ਲੋਜੀਕਲ ਅਤੇ ਫਿਜ਼ੀਕਲ ਡਿਜ਼ਾਈਨ ਕੀ ਹੁੰਦਾ ਹੈ, ਡਿਜ਼ਾਈਨ ਮੈਥਡੋਲੋਜੀਜ਼ ਕਿਹੜੀਆਂ ਹੁੰਦੀਆਂ, ਦੋ ਤਰ੍ਹਾਂ ਦੀ ਮੇਨਲੀ ਹੁੰਦੀਆਂ ਸਟਰਕਚਰਡ ਅਤੇ ਫੰਕਸ਼ਨਲ ਡੀਕੰਪੋਜੀਸ਼ਨ, ਉਹਨੂੰ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਸੋ ਆਪਾਂ ਸਟਾਰਟ ਕਰਦੇ ਹਾਂ ਪ੍ਰੋਸੈਸ ਆਫ ਸਿਸਟਮ ਡਿਜ਼ਾਈਨ ਦੇ ਉੱਤੋਂ। ਹੁਣ ਜਿਹੜਾ ਤੁਹਾਡਾ ਡਿਜ਼ਾਈਨਿੰਗ ਫੇਜ਼ ਹੈ ਇਟ ਇਜ਼ ਅ ਥਰਡ ਫੇਜ਼, ਇਹ ਤੁਹਾਡਾ ਥਰਡ ਫੇਜ਼ ਹੈ ਨਾ, ਤੀਸਰਾ ਫੇਜ਼ ਹੈ। ਡਿਜ਼ਾਈਨਿੰਗ ਇਜ਼ ਦਾ ਥਰਡ ਫੇਜ਼ ਆਫ SDLC ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ ਦਾ ਡਿਜ਼ਾਈਨਿੰਗ ਤੁਹਾਡਾ ਥਰਡ ਫੇਜ਼ ਹੁੰਦਾ। ਹੁਣ ਜਿਵੇਂ ਆਪਾਂ ਪਹਿਲੇ ਪੜ੍ਹਿਆ ਸੀ ਕਿ ਐਨਾਲਿਸਿਸ 'ਚ ਆਪਾਂ ਇਹ ਦੇਖਦੇ ਹਾਂ ਕਿ ਵਾਟ ਇਜ਼ ਟੂ ਬੀ ਡਨ, ਆਪਾਂ ਕਰਨਾ ਕੀ ਹੈ। ਡਿਜ਼ਾਈਨ 'ਚ ਆਪਾਂ ਦੇਖਾਂਗੇ ਹਾਊ ਇਟ ਇਜ਼ ਟੂ ਬੀ ਡਨ, ਇਹਨੂੰ ਕਿਸ ਤਰ੍ਹਾਂ ਕਰਨਾ, ਮਤਲਬ ਐਕਚੁਅਲ 'ਚ ਆਊਟਪੁੱਟ ਤੁਹਾਡੀ ਕਿਸ ਤਰ੍ਹਾਂ ਦੀ ਆਊਗੀ, ਉਹਨੂੰ ਕਿਸ ਤਰ੍ਹਾਂ ਆਪਾਂ ਕਹਿ ਲਓ ਕਿ ਉਹਦੀ ਪ੍ਰੋਪਰ ਡਿਜ਼ਾਈਨਿੰਗ ਕਰ ਲੈਂਦੇ ਹਾਂ, ਪ੍ਰੋਪਰ ਉਹਦਾ ਬਲਿਊ ਪ੍ਰਿੰਟ ਬਣਾ ਲੈਂਦੇ ਹਾਂ, ਛਾਪਾ ਬਣਾ ਲੈਂਦੇ ਹਾਂ, ਠੀਕ ਹੈ। ਅਤੇ ਫਿਰ ਉਹਨੂੰ ਸਿਰਫ ਆਪਾਂ ਉਹਦੀ ਕੋਡਿੰਗ ਹੀ ਕਰਦੇ ਹਾਂ ਅਤੇ ਮੈਕਸਿਮਮ ਕੰਮ ਤੁਹਾਡਾ ਜਿਹੜਾ ਡਿਜ਼ਾਈਨਿੰਗ ਦੇ ਵਿੱਚ ਹੋ ਜਾਂਦਾ। ਡਿਜ਼ਾਈਨਿੰਗ 'ਚ ਈਚ ਐਂਡ ਐਵਰੀਥਿੰਗ, ਤੁਸੀਂ ਕਿਹੜਾ ਡਾਟਾਬੇਸ ਲੈਣਾ, ਕਿਹੜੇ ਤੁਸੀਂ ਵੇਰੀਏਬਲਸ ਲੈਣੇ ਆ, ਕਿੱਦਾਂ ਦੇ ਫੋਰਮ ਬਣਾਉਣੇ, ਫਰੰਟ ਐਂਡ ਬੈਕ ਐਂਡ, ਹਰ ਚੀਜ਼ ਜਿਹੜੀ ਹੁੰਦੀ ਹੈ ਆਪਾਂ ਡਿਜ਼ਾਈਨ ਪ੍ਰੋਸੈਸ ਦੇ ਵਿੱਚ ਕਲੀਅਰ ਕਰ ਲੈਂਦੇ ਹਾਂ, ਠੀਕ ਹੈ। ਸੋ ਇਟ ਟੈਲਸ ਦਾ ਅਪਰੋਚ ਟੂ ਦਾ ਕ੍ਰੀਏਸ਼ਨ ਆਫ ਅ ਨਿਊ ਸਿਸਟਮ। ਇਹ 'ਚ ਸਾਨੂੰ ਅਪਰੋਚ ਪਤਾ ਲੱਗਦੀ ਹੈ ਕਿ ਆਪਾਂ ਕੰਮ ਨੂੰ ਕਰਨਾ ਕਿਸ ਢੰਗ ਨਾਲ। ਪਹਿਲਾਂ ਤਾਂ ਡਿਸਾਈਡ ਕਰ ਲਿਆ ਐਨਾਲਿਸਿਸ ਤੱਕ ਕਿ ਆਪਾਂ ਕੀ ਕਰਨਾ, ਹੁਣ ਕਿਸ ਢੰਗ ਨਾਲ ਕਰਨਾ, ਅਤੇ ਉਹ ਅਪਰੋਚ ਸਾਨੂੰ ਇਹਦੇ ਵਿੱਚ ਪਤਾ ਲੱਗ ਜਾਂਦੀ ਹੈ, ਠੀਕ ਹੈ। ਜੋ ਫਿਜ਼ੀਬਿਲਿਟੀ ਸਟੱਡੀ ਦੇ ਵਿੱਚ ਤੁਸੀਂ ਪੜ੍ਹ ਲਿਆ, ਐਨਾਲਿਸਿਸ ਦੇ ਵਿੱਚ ਜੋ ਸਮਝ ਲਿਆ, ਠੀਕ ਹੈ, ਉਹਨੂੰ ਇੰਪਲੀਮੈਂਟ ਕਰਨ ਦਾ ਤਰੀਕਾ ਦੱਸਣਾ ਇਹਨੇ, ਸਿਰਫ ਇੰਪਲੀਮੈਂਟ ਕਰਨ ਦਾ ਤਰੀਕਾ ਦੱਸੂਗਾ, ਇੰਪਲੀਮੈਂਟੇਸ਼ਨ ਮੈਥਡਸ ਦੱਸੂਗਾ, ਕਹਿ ਲਓ ਕਿ ਇਹਨੇ ਸਿਰ ਤਰੀਕਾ ਦੱਸਣਾ, ਇੰਪਲੀਮੈਂਟ ਕਰਕੇ ਨਹੀਂ ਦਿਖਾਉਣਾ, ਸਿਰਫ ਤੁਹਾਨੂੰ ਦੱਸਣਾ ਵੀ ਇੰਪਲੀਮੈਂਟ ਤੁਸੀਂ ਕਰਨਾ ਕਿੱਦਾਂ, ਠੀਕ ਹੈ। ਸੋ ਆਪਾਂ ਮੇਨਲੀ ਕੀ ਟਰਾਈ ਕਰਦੇ ਹਾਂ, ਵੀ ਟਰਾਈ ਟੂ ਟਰਾਂਸਫੋਰਮਸ ਦਾ ਰਿਕੁਆਇਰਮੈਂਟ, ਜੋ ਸਾਡੀਆਂ ਰਿਕੁਆਇਰਮੈਂਟਸ ਆਪਾਂ ਸਟੱਡੀ ਕੀਤੀਆਂ ਜਾਂ ਪ੍ਰੋਬਲਮਸ ਆਈਡੈਂਟੀਫਾਈ ਕੀਤੀਆਂ ਜਾਂ ਉਹਨਾਂ ਦੇ ਸੋਲਿਊਸ਼ਨਸ ਆਈਡੈਂਟੀਫਾਈ ਕੀਤੇ ਆ, ਉਹਨਾਂ ਰਿਕੁਆਇਰਮੈਂਟਸ ਨੂੰ ਆਪਾਂ ਟਰਾਂਸਫੋਰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਡਿਜ਼ਾਈਨ ਦੇ ਵਿੱਚ। ਉਹਨੂੰ ਡਾਇਗਰਾਮੈਟਿਕਲੀ ਕਹਿ ਲਓ ਜਾਂ ਤੁਸੀਂ ਕਹਿ ਲਓ ਕਿ ਲੌਜੀਕਲ ਫਿਜ਼ੀਕਲ, ਆਪਾਂ ਦੋਨੋਂ ਡਿਜ਼ਾਈਨਿੰਗ ਵੈਸੇ ਕਰਾਂਗੇ ਵੀ ਆਪਾਂ ਉਹਦਾ ਪੂਰਾ ਕਲੀਅਰ ਕਰ ਲੈਂਦੇ ਕਿ ਇਸ ਰਿਕੁਆਇਰਮੈਂਟ ਨੂੰ ਫੁਲਫਿਲ ਕਰਨ ਲਈ ਸਾਨੂੰ ਸਿਸਟਮ ਕਿੱਦਾਂ ਦਾ ਤਿਆਰ ਕਰਨਾ ਪਊਗਾ, ਪ੍ਰੋਪਰ ਡਿਜ਼ਾਈਨਿੰਗ ਸਾਨੂੰ ਪਤਾ ਲੱਗ ਜਾਂਦੀ, ਠੀਕ ਹੈ। ਡਿਜ਼ਾਈਨਿੰਗ ਇਜ਼ ਡਨ ਬੋਥ ਲੌਜੀਕਲੀ ਐਂਡ ਫਿਜ਼ੀਕਲੀ, ਮਤਲਬ ਆਪਾਂ ਲੌਜੀਕਲ ਡਿਜ਼ਾਈਨਿੰਗ ਵੀ ਕਰਦੇ ਹਾਂ, ਮਤਲਬ ਜਿਹੜੇ ਤੁਹਾਡੇ ਕੁਛ ਰੂਲਸ ਹੁੰਦੇ ਆ ਕਿ ਕਿਹੜੇ ਕੰਮ ਨੂੰ ਕਿਵੇਂ ਕਰਨਾ ਲੌਜਿਕ ਬੇਸ 'ਤੇ, ਅਤੇ ਫਿਜ਼ੀਕਲੀ ਉਹਨਾਂ ਦੀ ਅਪੀਅਰੈਂਸ ਕਿੱਦਾਂ ਦੀ ਹੋਊਗੀ, ਉਹ ਦੋਨੋਂ ਚੀਜ਼ਾਂ ਜਿਹੜੀਆਂ ਆਪਾਂ ਚੈੱਕ ਕਰਦੇ ਹਾਂ, ਠੀਕ ਹੈ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੌਜੀਕਲ ਡਿਜ਼ਾਈਨ ਦੇ ਵਿੱਚ ਕਿ ਲੌਜੀਕਲ ਡਿਜ਼ਾਈਨ ਦੇ ਵਿੱਚ ਕੀ ਹੁੰਦਾ, ਠੀਕ ਹੈ। ਲੌਜੀਕਲ ਡਿਜ਼ਾਈਨ ਦਾ ਮਤਲਬ ਕੀ ਹੈ, ਮੇਨਲੀ ਅਗਰ ਤੁਸੀਂ ਇਹਨੂੰ ਸਿੰਪਲ ਟਰਮਸ 'ਚ ਬੋਲੋ ਤਾਂ ਤੁਸੀਂ ਫੀਚਰਸ ਦੀ ਗੱਲ ਕਰੋਗੇ ਕਿ ਤੁਹਾਨੂੰ ਕਿਹੜੀ ਕਿਹੜੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਏਗੀ ਜਾਂ ਕਿਹੜੇ ਕਿਹੜੇ ਤੁਹਾਡੇ ਰੂਲਸ ਨੂੰ ਇਹ ਫੋਲੋ ਕਰੂਗਾ, ਕਿਹੜੇ ਕਿਹੜੇ ਲੌਜਿਕਸ ਜਿਹੜੇ ਤੁਹਾਡੇ ਐਕਚੁਅਲ ਬਿਜ਼ਨਸ ਦੇ ਵਿੱਚ ਚੱਲਦੇ ਆ ਉਹਨਾਂ ਨੂੰ ਆਪਾਂ ਸਿਸਟਮ ਦੇ ਉੱਤੇ ਕਿੱਦਾਂ ਲੈ ਕੇ ਆਵਾਂਗੇ, ਕਿਹੜੇ ਕਿਹੜੇ ਫੀਚਰਸ ਤੁਹਾਡਾ ਸਿਸਟਮ ਪ੍ਰੋਵਾਈਡ ਕਰਦਾ, ਉਹਨਾਂ ਫੀਚਰਸ ਨੂੰ ਅਸੀਂ ਇੰਪਲੀਮੈਂਟ ਕਿਵੇਂ ਕਰਨਾ। ਉਹ ਚੀਜ਼ ਜਿੱਦਾਂ ਹੁਣ ਤੁਸੀਂ ਕਹਿ ਲਓ ਵੀ ਤੁਸੀਂ ਕੰਟਰਾਸਟ ਵਧਾਉਂਦੇ ਹੋ ਕਿਸੇ ਪਿਕਚਰ ਦੀ, ਠੀਕ ਹੈ, ਜਾਂ ਤੁਸੀਂ ਉਹਦੇ 'ਚ ਸਮੂਦਨਿੰਗ ਕਰ ਦਿੰਦੇ ਹੋ, ਤੁਸੀਂ ਜਾਂ ਫੋਟੋਸ਼ੋਪ ਦੇ ਵਿੱਚ ਹੁੰਦਾ ਲੈਵਲਸ ਤੁਸੀਂ ਸੈੱਟ ਕਰਦੇ ਹੋ ਜਾਂ ਉਹਨਾਂ ਦੀ ਤੁਸੀਂ ਸਮੂਦਨਿੰਗ ਕਰ ਦਿੰਦੇ ਹੋ। ਹੁਣ ਉਹ ਤਾਂ ਇੱਕ ਉਹਦਾ ਹੈਗਾ ਫੀਚਰ, ਐਕਚੁਅਲ ਅਗਰ ਤੁਸੀਂ ਟੈਕਨੀਕਲੀ ਉਹਨੂੰ ਪ੍ਰੋਗਰਾਮਿੰਗ ਕਰਨੀ ਹੋਏਗੀ ਤਾਂ ਉਹਨੂੰ ਕਿਵੇਂ ਕਰੋਗੇ, ਠੀਕ ਹੈ। ਸੋ ਉਹ ਚੀਜ਼ ਤੁਸੀਂ 'ਚ ਡਿਜ਼ਾਈਨਿੰਗ ਜਿਹੜੀ ਆ ਉਹ ਕਲੀਅਰ ਕਰ ਲੈਂਦੇ ਹੋ, ਠੀਕ ਹੈ। ਉਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਜਿਹੜਾ ਤੁਹਾਡਾ ਲੌਜੀਕਲ ਡਿਜ਼ਾਈਨ ਹੈ ਇਹਨੂੰ ਆਪਾਂ ਬਲਿਊ ਪ੍ਰਿੰਟ ਵੀ ਕਹਿ ਦਿੰਦੇ ਹਾਂ। ਬਲਿਊ ਪ੍ਰਿੰਟ ਮਤਲਬ ਸਿੰਪਲ ਭਾਸ਼ਾ 'ਚ ਆਪਾਂ ਜਿਹਨੂੰ ਛਾਪਾ ਕਹਿੰਦੇ ਹਾਂ, ਵੀ ਬਲਿਊ ਜਿਹਾ ਕਾਗਜ਼ ਹੁੰਦਾ, ਜੋ ਆਪਾਂ ਉਹਦੇ ਉੱਪਰ ਲਿਖਾਂਗੇ ਉਹੀ ਥੱਲੇ ਲਿਖਿਆ ਜਾਂਦਾ, ਠੀਕ ਹੈ। ਸੋ ਜੋ ਆਪਾਂ ਲੌਜੀਕਲ ਡਿਜ਼ਾਈਨ 'ਚ ਬਣਾਵਾਂਗੇ ਉਹੀ ਚੀਜ਼ ਤੁਹਾਡੀ ਫਿਜ਼ੀਕਲ ਡਿਜ਼ਾਈਨ ਦੇ ਵਿੱਚ ਬਣ ਕੇ ਆਊਗੀ। ਸੋ ਲੌਜੀਕਲੀ ਬਲਿਊ ਪ੍ਰਿੰਟ ਦੇ ਵਿੱਚ ਤੁਸੀਂ ਕੀ ਆਈਡੈਂਟੀਫਾਈ ਕਰਦੇ ਹੋ ਜਾਂ ਕਿਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਡਿਜ਼ਾਈਨਿੰਗ ਕਰਦੇ ਹੋ ਕਿ ਤੁਹਾਡਾ ਇਨਪੁਟ ਕੀ ਹੋਊਗਾ, ਕਿ ਤੁਸੀਂ ਫੋਰਮਸ ਵਗੈਰਾ ਕਿਹੜੇ ਯੂਜ਼ ਕਰਨੇ ਆ, ਠੀਕ ਹੈ। ਸਟੋਰੇਜ ਮਤਲਬ ਤੁਸੀਂ ਕਿਹੜਾ ਡਾਟਾਬੇਸ ਯੂਜ਼ ਕਰਨਾ ਹੈ, ਠੀਕ ਹੈ। ਕੰਟਰੋਲ, ਇੱਕ ਫੰਕਸ਼ਨ ਤੋਂ ਦੂਸਰੇ ਫੰਕਸ਼ਨ ਤੱਕ ਕੰਟਰੋਲ ਕਿਵੇਂ ਜਾਊਗਾ, ਠੀਕ ਹੈ। ਜਾਂ ਤੁਸੀਂ ਕਹਿ ਸਕਦੇ ਹੋ ਕਿ ਤੁਹਾਡਾ ਡਾਟਾ ਸਿਕਿਉਰ ਕਿੰਨਾ ਹੈ, ਇਹ ਜਿੱਦਾਂ ਇਹਨਾਂ ਲਿਖਿਆ ਹੁੰਦਾ ਸਿਕਿਉਰਿਟੀ ਲਿਖਿਆ ਹੁੰਦਾ, ਇੰਟੈਗਰਿਟੀ ਹੁੰਦਾ ਕਿ ਤੁਹਾਡਾ ਡਾਟਾ ਜੋ ਰੋਲ ਨੰਬਰ ਤੁਹਾਡਾ ਕਲਾਸ ਦੇ ਵਿੱਚ ਚੱਲ ਰਿਹਾ ਉਹੀ ਉਹਦੀ ਰੈਫਰੈਂਸ ਕਿਤੇ ਨਾ ਕਿਤੇ ਤੁਹਾਡੇ ਐਗਜ਼ਾਮੀਨੇਸ਼ਨ 'ਚ ਵੀ ਹੋਣੀ ਚਾਹੀਦੀ ਹੈ, ਮਤਲਬ ਡਾਟਾ ਸੇਮ ਰਹਿਣਾ ਚਾਹੀਦਾ। ਇਹ ਨਹੀਂ ਵੀ ਇੱਥੇ ਰੋਲ ਨੰਬਰ 2557 ਦਾ ਨਾਮ ਰਾਮ ਕੁਮਾਰ ਹੈ ਤਾਂ ਉੱਥੇ ਜਾ ਕੇ ਕੁਛ ਹੋਰ ਹੀ ਬਣ ਜੇ, ਉਹ ਸੇਮ ਰਹਿਣਾ ਚਾਹੀਦਾ, ਠੀਕ ਹੈ। ਡਾਟਾ ਇੰਟੈਗਰਿਟੀ ਮਤਲਬ ਸੇਮ ਰਹਿਣੀ ਚਾਹੀਦੀ ਚੀਜ਼। ਆਊਟਪੁੱਟ ਆਪਾਂ ਇੱਥੇ ਡਿਸਾਈਡ ਕਰ ਲੈਂਦੇ ਹਾਂ, ਠੀਕ ਹੈ। ਲੌਜੀਕਲ ਡਿਜ਼ਾਈਨਿੰਗ 'ਚ ਆਪਾਂ ਆਊਟਪੁੱਟ ਨੂੰ ਵੀ ਆਈਡੈਂਟੀਫਾਈ ਕਰ ਲੈਂਦੇ ਹਾਂ। ਔਰ ਪ੍ਰੋਸੀਜਰਸ, ਲਾਸਟ ਪ੍ਰੋਸੀਜਰਸ ਮਤਲਬ ਕਿਹੜੇ ਕਿਹੜੇ ਫੰਕਸ਼ਨਸ ਨੂੰ ਆਪਾਂ ਇੰਪਲੀਮੈਂਟ ਐਕਚੁਅਲ ਦੇ ਵਿੱਚ ਕਰਨਾ।
ਜਦੋਂ ਤੁਸੀਂ ਇੱਕ ਵਾਰੀ ਲੌਜੀਕਲ ਡਿਜ਼ਾਈਨ ਬਣਾ ਲੈਂਦੇ ਹੋ, ਲੌਜੀਕਲ ਡਿਜ਼ਾਈਨ ਦੇ ਬੇਸਿਸ ਦੇ ਉੱਤੇ ਤੁਸੀਂ ਫਿਜ਼ੀਕਲ ਡਿਜ਼ਾਈਨ ਜਿਹੜਾ ਹੈ ਉਹ ਕ੍ਰੀਏਟ ਕਰਦੇ ਹੋ, ਠੀਕ ਹੈ। ਫਿਜ਼ੀਕਲ डिज़ाइन का मतलब की है कि इट प्रोड्यूसेस द प्रोग्राम स्पैसीफिकेशन फिजिकली फाइल, मतलब फिजिकल फाइल्स कितने एक्चुअल स्टोर होणगियां, फाइल की किहड़ी टाइप होगी, ठीक है। डेटाबेस तुसीं इत्थे तां आपां कहता भी स्टोरेज आपां डेटाबेस किहड़ा यूज़ करना। हुण डेटाबेस एक्चुअल कई तरह के हो सकदा, SQL हो सकदा, एक्सेस हो सकदा है, ठीक है, MongoDB हो सकदा, कई तरह के डेटाबेस साडे कोल अवेलेबल हुंदे, तुसीं एक्चुअल किहड़ा यूज़ करना, ठीक है। और सब तो ज़्यादा जिहड़ा तुसीं ध्यान दिंदे हो, तुसीं दिंदे हो ध्यान यूज़र इंटरफेस है कि यूज़र ने किस तरह का उन्होंने इंटरफेस मिलूगा, किस तरह के उन्होंने मैन्यूज़ मिलूगे, किस तरह के उन्होंने आइकन्स मिलूगे, किस तरह का उन्होंने फॉर्म का लेआउट मिलूगा कि केड़े मतलब नेम इत्थे आऊगा या इत्थे रोल नंबर आऊगा या नेम उपर आऊगा या रोल नंबर कित्थे आऊगा, मतलब तुसीं उहदा इंटरफेस डिज़ाइनिंग वाल ज़्यादा ध्यान दिंदे हो। लास्ट इहदे विच तुसीं हार्डवेयर एंड सॉफ्टवेयर दोनों चीज़ों की अगर तुहानूं कोई लोड़ है या उन्होंने यूज़ करने की लोड़ है तो तुसीं वो भी इहदे विच डिज़ाइन दे विच इंक्लूड कर दो फिजिकली कि सानूं ये सॉफ्टवेयर नूं नाल इहदे इंक्लूड करना पऊगा या सानूं इहदे नाल हार्डवेयर की लोड़ पऊगी, ठीक है। उस तो बाद जो तुहाडा नैक्सट टॉपिक आंदा है दैट इज़ डिज़ाइन मैथडोलॉजी। ये तो हो गया पेपर डिज़ाइन दो तरह के करते हैं। हुण डिज़ाइनिंग करनी किवें है, जिद्दां तुसीं मकान ही बनाना तो मकान बनाउण लई डिज़ाइनिंग किद्दां शुरू हुंदी है। पहलां तुहानूं पुछिआ जांदा भी तुसीं किहड़ा मकान बनाना, तुसीं कहंदे 3 BHK बनाना जी, 3 बैड रूम, 1 हॉल, 1 किचन, या तुसीं बोलदे 2 BHK, ठीक है, या तुसीं कहंदे भी अटैच बाथरूम होने चाहिए, या तुसीं कहंदे हो भी 10 बाय 10 के कमरे होने चाहिए। मतलब तुहाडी डिज़ाइनिंग के मैथड्स अलग अलग हो सकते। तुसीं नंबर ऑफ कमरे पहलां दस दिंदे हो या उन्हां दे डायमैंशनस दस दिओ, या तुसीं दसदे हो भी जगह इस हिसाब की है, इन्नी अगे जगह छड्ड के बाकी काम करना। मतलब डिज़ाइनिंग के तरीके अलग अलग हो सकते हैं। हुण जिद्दां तुसीं अगर इन्हां दी गल ही करिए आपां जिद्दां तुसीं नक्शिਆਂ ਦੀ ਮੈਂ ਇਸ ਕਰਕੇ ਗੱਲ ਕਰ ਰਹੇ ਵੀ ਵਿਜ਼ੂਅਲਾਈਜ਼ ਕਰਨਾ ਸੌਖਾ। ਜਦੋਂ ਤੁਸੀਂ ਨਕਸ਼ੇ ਅਗਰ ਤੁਸੀਂ ਬਣਾਉਂਦੇ ਹੋ ਨਾ ਮਕਾਨ ਦੇ ਤਾਂ ਉਹ ਦੋ ਤਰ੍ਹਾਂ ਨਕਸ਼ੇ ਬਣਾ ਕੇ ਦਿੰਦਾ। ਇੱਕ ਤਾਂ 2D ਬਣਾ ਕੇ ਦਿੰਦਾ, ਇੱਦਾਂ ਸਿੰਪਲ ਜਿਹਾ ਕਾਗਜ਼ ਹੁੰਦਾ, ਉੱਤੇ ਉਹਨੇ ਲਾਈਨਾਂ ਜਿਹੀਆਂ ਮਾਰੀਆਂ ਹੁੰਦੀਆਂ ਕਿ ਆਹ ਕਮਰਾ ਹੈ ਜੀ, ਇਹ 10 ਬਾਏ 10 ਦਾ ਹੈ, ਇੱਥੇ ਤੁਹਾਡਾ ਬਾਥਰੂਮ ਆ ਗਿਆ, ਇੱਥੇ ਤੁਹਾਡੀ ਕਿਚਨ ਆ ਗਈ, ਆਹ ਤੁਹਾਡਾ ਫਰੰਟ ਗੇਟ ਹੋ ਗਿਆ, 20 ਫੁੱਟ ਦਾ ਹੋਊਗਾ, ਇੱਥੇ ਤੁਹਾਡੀ ਗੱਡੀ ਆ ਜੂਗੀ, ਇਸ ਤਰ੍ਹਾਂ ਹੁੰਦਾ। ਇੱਕ ਹੁੰਦਾ ਤੁਹਾਡਾ 3D ਅੱਜ ਕੱਲ੍ਹ ਬਣਨ ਲੱਗ ਪਏ ਆ ਨਕਸ਼ੇ, 3D ਤੁਹਾਨੂੰ ਪ੍ਰੋਪਰਲੀ ਵਿਜ਼ੂਅਲਾਈਜ਼ ਕਰਾ ਦਿੰਦੇ ਆ, ठीक है। ऑन द स्पॉट जी कंध है वो इतने लगाई होगी, उन्होंने छत भी पाई होनी, कंध खसका के इस पास करके दिखाई नहीं भी अगर तुम इधर में बनाते तो किदा की बनूगी। मतलब डिज़ाइनिंग के तरीके अलग अलग हो सकते हैं। इस तरह जो तुम सॉफ्टवेयर क्रिएट कर रहे हो तो तुहाडे डिज़ाइन के तरीके अलग अलग हो सकते हैं। सो वो किहड़े मैथड है, सब तो पहला जो मैथड है स्ट्रक्चर्ड डिज़ाइनिंग, मतलब तुम स्ट्रक्चर के बेस पर डिज़ाइन बनाते हो या तुसीं फंक्शनल डीकंपोजिशन यूज़ करते हो। दो तरह के मैथड होंगे हैं जिन्हां दे नाल आपां डिज़ाइनिंग करते हैं, ठीक है। पहला आपां डिज़ाइन मैथडोलॉजी नूं थोड़ा जिहा थ्योरी दे देख लैंदे हैं कि इट रैफर्स टू द डिवेलपमेंट ऑफ अ सिस्टम और अ मैथड फॉर अ यूनीक सिचुएशन। मतलब हर मकान की जिद्दां आपां कहंदे भी हर मकान का मान लो 30 बाय 60 की अगर तुहाडी 30 फुट मतलब चौड़ाई है तो 60 फुट तुहाडी लंबाई है, इसे डायमैंशनस च तुहाडे नक्शे कई तरह के बनते हैं। मतलब हर एक नक्शा यूनीक हुंदा है। सो उस तरह तुहाडा जिहड़ा सॉफ्टवेयर है कई तरह के सोल्यूशन हो सकते हैं। हर सोल्यूशन लिए तुहानूं अलग अलग डिज़ाइन मैथडोलॉजी तुसीं यूज़ कर सकते हो, ठीक है। मेनली डिज़ाइनिंग आपां क्यों करते हैं या मैथडोलॉजी क्यों फॉलो करते। मैथडोलॉजी मतलब होंदा कोई प्रॉपर वे, एक प्रॉपर तरीका। सिंपल भाषा च अगर आपां बोलीए भई पहला स्टैप तुसीं आ करो, दूजा आ करो, तीजा आ करो, चौथा, अगर आप स्टैप बाय स्टैप सारा दसता तो उन्होंने आप मैथडोलॉजी कहता। जिद्दां मकान बनाने की अगर बनाने की गल करिए तो मैथडोलॉजी की है कि पहले तुसीं नक्शा बनवाओगे, फिर तुसीं नीहां कड्ढोगे, फिर तुसीं छत पाओगे, फिर तुसीं ਉਹਨੂੰ ਤੁਸੀਂ ਪਲਸਟਰ ਕਰੋਗੇ ਜਾਂ ਕਲਰ ਕਰੋਗੇ। ਇੱਦਾਂ ਤਾਂ ਨਹੀਂ ਹੋਣਾ ਕਿ ਪਹਿਲਾਂ ਤੁਸੀਂ ਕਲਰ ਕਰਕੇ ਪਹਿਲੇ ਇੱਟਾਂ ਨੂੰ ਕਲਰ ਕਰ ਲਓ ਫਿਰ ਤੁਸੀਂ ਪਲਸਟਰ ਮਾਰ ਦਿਓ ਉਹਦੇ ਪਰ, ਇੱਦਾਂ ਨਹੀਂ ਹੁੰਦਾ। ਮਤਲਬ ਪ੍ਰੋਪਰ ਮੈਥਡ ਹੈ ਉਹਦਾ। ਸੋ ਮੈਥਡ ਨੂੰ ਆਪਾਂ ਫੋਲੋ ਕਿਉਂ ਕਰਦੇ ਹਾਂ, ਬਿਕੋਜ਼ ਇਹਦੇ ਨਾਲ ਤੁਹਾਡੀ ਪ੍ਰੋਡਕਟੀਵਿਟੀ ਜਿਹੜੀ ਹੈ ਉਹ ਇਨਕਰੀਜ਼ ਹੁੰਦੀ ਹੈ ਕਿ ਤੁਹਾਡਾ ਜਿਹੜਾ ਕੰਮ ਕਰਨ ਦਾ ਜਿਹੜੀ ਤੁਹਾਡਾ ਫਾਈਨਲ ਪ੍ਰੋਡਕਟ ਆਊਗਾ ਉਹ ਵਧੀਆ ਆਊਗਾ, ਠੀਕ ਹੈ। ਉਹਦੀ ਪ੍ਰੋਪਰ ਡਾਕੂਮੈਂਟੇਸ਼ਨ ਵੀ ਹੋ ਜਾਂਦੀ ਹੈ, ਲੇਖਾ ਜੋਖਾ ਵੀ ਹੋ ਜਾਂਦਾ ਕਿ ਪਹਿਲਾਂ ਆਪਾਂ ਆਹ ਚੀਜ਼ ਬਣਾਈ ਸੀ ਫਿਰ ਆਹ ਚੀਜ਼ ਬਣਾਈ ਸੀ, ਪ੍ਰੋਪਰ ਉਹਦਾ ਰਿਟਨ 'ਚ ਸਾਰੇ ਕੰਮ ਹੋ ਜਾਂਦੇ ਆ, ठीक है। कॉस्ट ओवररन नहीं होंगी, तुहाडा जिहड़ा पैसा है वो एक्सट्रा नहीं लगता, ठीक है। क्योंकि आप जो पहले ही डिज़ाइनिंग कर ली मैथड जी आप फिक्स ही कर ले कि पहला आ काम करना, आ करना, आ करना, फिर वो जी तुहाडी कॉस्ट है वो जी जिन्नी तुसीं एस्टीमेटेड होगी वो नेड़े तेड़े पहुँचोगे, उस तो ज़्यादा नहीं। कॉस्ट भी नहीं होंगी और डिले भी नहीं होंदा, मतलब ज़्यादा टाइम भी नहीं लगता क्योंकि सानूं पहले क्लीयर होंदा कि इस काम नूं करन लई सानूं इन्ना टाइम जिहड़ा लगूगा, ठीक है। जिद्दां कई बंदे की कहते हो नक्शे तो बिना मकान बनाते पहलां जी बनाना शुरू करता, बाद च कहंदे भी नहीं यार ये इत्थे चीज़ सही नहीं लगती भी इहनूं हुण ढाह के इधर नूं बना दिओ। ਉਹ ਢਾਹ ਢਵਾਈ 'ਚ ਹੀ ਕੰਮ ਰਹਿੰਦਾ ਹੈ। ਜਾਂ ਕਹਿ ਲਓ ਤੁਸੀਂ ਦੇਖਿਆ ਹੋਣਾ ਵੀ ਮੈਕਸਿਮਮ ਲੋਕਾਂ ਦੇ ਜਦੋਂ ਘਰ ਬਣਦੇ ਆ ਜਿਨ੍ਹਾਂ ਨਕਸ਼ੇ 'ਤੇ ਨਹੀਂ ਬਣਾਏ ਹੁੰਦੇ ਉਸ ਤੋਂ ਬਾਅਦ ਕੋਈ ਨਾ ਕੋਈ ਪ੍ਰੋਬਲਮ ਹੀ ਹੁੰਦੀ ਉਹ 'ਚ, ਫਿਰ ਉਹ ਕੱਟ ਵੱਟ ਤੁਰੀ ਰਹਿੰਦੀ ਸਾਰੀ ਉਮਰ,
ਚੱਲਿਆ ਰਹਿੰਦਾ ਕੰਮ। ਉਹ ਬਿਕੋਜ਼ ਕਿਉਂਕਿ ਉਹਨਾਂ ਨੇ ਪ੍ਰੋਪਰ ਡਿਜ਼ਾਈਨ ਨਹੀਂ ਬਣਵਾਇਆ ਹੁੰਦਾ, ਠੀਕ ਹੈ। ਆਪਣੀ ਮਰਜ਼ੀ ਨਾਲ ਜੋ ਔਨ ਦਾ ਸਪੋਟ ਡਿਜ਼ਾਈਨ ਹੈ ਉਹ ਬਣੀ ਜਾਂਦਾ, ਤਾਂ ਉਹ 'ਚ ਡਿਲੇ ਵੀ ਚਲੀ ਜਾਂਦੀ, ਕਾਸਟ ਵੀ ਵਧੀ ਜਾਂਦੀ, ਠੀਕ ਹੈ। ਅਤੇ ਸਟੈਂਡਰਡਾਈਜ਼ਡ ਜਿਹੜੀ ਇੱਕ ਤੀਜਾ ਇਹਦਾ ਮੈਥਡ ਕੀ ਹੈ ਕਿ ਸਟੈਂਡਰਡਾਈਜ਼ ਅਪਰੋਚ, ਮਤਲਬ ਇੱਕ ਹਰੇਕ ਦਾ ਇੱਕ ਸਟੈਂਡਰਡ ਅਪਰੋਚ ਹੁੰਦੀ ਹੈ, ਇੱਕ ਸਟੈਂਡਰਡਸ ਬਣਾਏ ਹੁੰਦੇ, ਇੱਕ ਫਿਕਸ ਸਟੈਪਸ ਬਣਾਏ ਹੁੰਦੇ ਆ। ਅਗਰ ਤੁਸੀਂ ਉਹਨਾਂ ਸਟੈਪਸ ਨੂੰ ਫੋਲੋ ਕਰੋਗੇ ਤਾਂ ਤੁਹਾਡਾ ਜਿਹੜਾ ਫਾਈਨਲ ਪ੍ਰੋਡਕਟ ਉਹ ਸਹੀ ਬਣ ਕੇ ਆਊਗਾ, ਠੀਕ ਹੈ। ਅਤੇ ਲਾਸਟ ਹੋ ਜਾਂਦਾ ਸਿੰਪਲ, ਮਤਲਬ ਜੋ ਤੁਹਾਡਾ ਜ਼ੋਰ ਲੱਗਣਾ ਡਿਜ਼ਾਈਨਿੰਗ 'ਤੇ ਲੱਗਣਾ, ਉਸ ਤੋਂ ਬਾਅਦ ਤੁਹਾਡਾ ਕੋਡਿੰਗ 'ਚ ਤਾਂ ਕੁਛ ਲੱਗਣਾ ਹੀ ਨਹੀਂ ਜ਼ੋਰ। ਜਦੋਂ ਤੁਹਾਡੀ ਡਿਜ਼ਾਈਨਿੰਗ ਫਿਕਸ ਹੋ ਗਈ ਕਿ ਫੋਰਮ ਮੇਰਾ ਇੱਦਾਂ ਹੀ ਬਣੂਗਾ, ਤੁਸੀਂ ਬਣਾ ਤਾ, ਪ੍ਰੋਬਲਮ ਕੋਈ ਹੈ ਉਹ 'ਚ ਕੋਈ ਪ੍ਰੋਬਲਮ ਨਹੀਂ ਹੈ। ਅੱਜ ਮੈਂ ਕਹਿੰਦਾ ਫੋਰਮ ਇੱਦਾਂ ਬਣਾਓ, ਤੁਸੀਂ ਉਹਦੀ ਕੋਡਿੰਗ ਕਰਤੀ, ਕੱਲ੍ਹ ਨੂੰ ਕਹਿਣਾ ਮੈਂ ਨਹੀਂ ਤੁਸੀਂ ਇਹਨੂੰ ਇਸ ਤਰ੍ਹਾਂ ਕਰ ਦਿਓ ਜੀ, ਨਹੀਂ ਜੀ ਇਹਨੂੰ ਇਸ ਤਰ੍ਹਾਂ ਕਰ ਦਿਓ, ਉਹਦੇ ਤੁਹਾਡਾ ਜਿਹੜਾ ਟਾਈਮ ਜ਼ਿਆਦਾ ਵੇਸਟ ਹੁੰਦਾ। ਮਤਲਬ ਅਗਰ ਤੁਸੀਂ ਪ੍ਰੋਪਰ ਡਿਜ਼ਾਈਨਿੰਗ ਕਰਾ ਕੇ ਯੂਜ਼ਰ ਨੂੰ ਦਿਖਾ ਦਿੰਦੇ ਹੋ, ਜਾਂ ਜਿਹਨੂੰ ਤੁਸੀਂ ਜਿਹਦੇ ਕੋਲ ਸਮਾਨ ਬਣਵਾਉਣਾ ਹੈ ਉਹਨੂੰ ਤੁਸੀਂ ਪ੍ਰੋਪਰ ਡਿਜ਼ਾਈਨ ਦੇ ਦਿੰਦੇ, ਤੁਹਾਡਾ ਟਾਈਮ ਵੀ ਬਚਦਾ, ਉਹਦੇ ਪੈਸੇ ਵੀ ਬਚਦੇ, ਹਰ ਚੀਜ਼ ਫਾਇਦੇ 'ਚ ਰਹਿੰਦੀ ਹੈ। ਅਗਰ ਔਨ ਦਾ ਸਪੋਟ ਉਹ ਪਹਿਲਾਂ ਚੀਜ਼ ਬਣਾਉਂਦਾ, ਫਿਰ ਤੁਹਾਨੂੰ ਦਿਖਾਉਂਦਾ, ਫਿਰ ਤੁਸੀਂ ਕਹਿੰਦੇ ਆਹ ਚੇਂਜਿਸ ਕਰੋ, ਉਹ 'ਚ ਤੁਹਾਡਾ ਜਿਹੜਾ ਹੈ ਖਰਚਾ ਜ਼ਿਆਦਾ ਹੁੰਦਾ ਹੈ ਅਤੇ ਉਹ 'ਚ ਕੰਪਲੈਕਸਿਟੀ ਵੀ ਵੱਧ ਜਾਂਦੀ, ਠੀਕ ਹੈ। ਸੋ ਡਿਜ਼ਾਈਨ ਮੈਥਡੋਲੋਜੀ ਜਿਹੜੀਆਂ ਸਾਡੇ ਕੋਲ ਦੋ ਤਰ੍ਹਾਂ ਦੀਆਂ, ਸਟਰਕਚਰਡ ਅਤੇ ਫੰਕਸ਼ਨਲ ਡੀਕੰਪੋਜੀਸ਼ਨ। ਪਹਿਲਾਂ ਆਪਾਂ ਸਟਰਕਚਰ ਡਿਜ਼ਾਈਨ ਨੂੰ ਅੱਜ ਸਟੱਡੀ ਕਰ ਲੈਂਦੇ ਕਿ ਸਟਰਕਚਰਲ ਡਿਜ਼ਾਈਨ ਦੇ ਵਿੱਚ ਕੀ ਕੀ ਕਹਿੰਦਾ ਹੈ, ਠੀਕ ਹੈ। ਸਟਰਕਚਰਡ ਡਿਜ਼ਾਈਨ, ਅੱਛਾ, ਸਟਰਕਚਰਡ ਡਿਜ਼ਾਈਨ ਨੂੰ ਆਪਾਂ ਕਹਿੰਦੇ ਡੇਟਾ ਫਲੋ ਬੇਸਡ ਮੈਥਡ। ਹੁਣ ਇਹ ਮੈਨੂੰ ਸਮਝਾਉਣ ਲਈ ਤੁਸੀਂ ਜਿੱਦਾਂ ਆਪਾਂ ਸੀ ਜਾਂ C++ ਪੜ੍ਹਦੇ ਸੀ ਤਾਂ ਆਪਾਂ ਕਹਿੰਦੇ ਸੀ ਜਿਹੜਾ C ਆ ਉਹ ਫੰਕਸ਼ਨ ਓਰੀਐਂਟਡ ਹੈ, ਵੀ ਉਹਦੇ ਵਿੱਚ ਆਪਾਂ ਜ਼ਿਆਦਾ ਧਿਆਨ ਦਿੰਦੇ ਹੁੰਦੇ ਸੀ ਫੰਕਸ਼ਨਸ ਦੇ ਉੱਤੇ। ਅਤੇ ਜਿਹੜੀ C++ ਸੀ ਉਹਨੂੰ ਆਪਾਂ ਕਹਿੰਦੇ ਸੀ ਆਬਜੈਕਟ ਓਰੀਐਂਟਡ, ਕਿ ਆਪਾਂ ਉਹਦੇ ਵਿੱਚ ਆਬਜੈਕਟਸ ਦੇ ਉੱਤੇ ਜ਼ਿਆਦਾ ਧਿਆਨ ਦਿੰਦੇ ਹਾਂ। ਸੋ ਇਸੇ ਤਰ੍ਹਾਂ ਜਦੋਂ ਆਪਾਂ ਸਟਰਕਚਰ ਡਿਜ਼ਾਈਨ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਐਗਜ਼ਾਮ 'ਚ ਇਹ ਨਹੀਂ ਲਿਖਣਾ ਕਿ ਵੀ ਲੁੱਕ ਫॉर ਦ ਸਟਰਕਚਰ, ਵੀ ਲੁੱਕ ਫॉर ਦ ਐਕਚੁਅਲ ਡਾਟਾ ਫਲੋ, ਕਿ ਉਸ ਸਟਰਕਚਰ ਦੇ ਵਿੱਚ ਡਾਟਾ ਕਿਸ ਤਰ੍ਹਾਂ ਫਲੋ ਹੋ ਰਿਹਾ, ਉਹਦੇ ਬੇਸਿਸ 'ਤੇ ਤੁਸੀਂ ਡਿਜ਼ਾਈਨਿੰਗ ਕਰਦੇ ਹੋ, ਠੀਕ ਹੈ। ਸੋ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਸੀਂ ਪ੍ਰੋਗਰਾਮਸ ਬਣਾਉਂਦੇ ਹੋ ਅਤੇ ਤੁਸੀਂ ਕੀ ਕਰਦੇ ਹੋ, ਛੋਟੇ ਛੋਟੇ ਮੋਡਿਊਲਸ ਬਣਾਉਂਦੇ ਹੋ। ਹੁਣ ਟੈਕਨੀਕਲੀ ਅਗਰ ਆਪਾਂ ਪ੍ਰੋਗਰਾਮਿੰਗ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ ਤਾਂ ਫੰਕਸ਼ਨ, ਮੋਡਿਊਲ ਇਹ ਇੱਕੋ ਹੀ ਗੱਲ ਹੈ। ਮੋਡਿਊਲ ਦਾ ਮਤਲਬ ਵੀ ਹਿੱਸਾ ਹੀ ਹੁੰਦਾ ਹੈ, ਫੰਕਸ਼ਨ ਦਾ ਮਤਲਬ ਵੀ ਹਿੱਸਾ ਹੀ ਹੁੰਦਾ ਹੈ। ਬਟ ਜਿਵੇਂ ਆਪਾਂ C++ 'ਚ ਪੜ੍ਹਦੇ ਸੀ ਕਿ ਜਿਹੜਾ ਉਹਦੇ ਵਿੱਚ ਫੰਕਸ਼ਨ ਸੀਗਾ ਉਹਨੂੰ ਮੈਂਬਰ ਫੰਕਸ਼ਨ ਕਹਿੰਦੇ ਸੀ, ਕਿਉਂਕਿ ਉਹ ਕਲਾਸ ਦਾ ਪਾਰਟ ਸੀ। ਅਤੇ ਜਦੋਂ C ਸੀਗਾ ਉਹ 'ਚ ਆਪਾਂ ਸਿੰਪਲ ਉਹਨੂੰ ਫੰਕਸ਼ਨ ਕਹਿ ਦਿੰਦੇ ਸੀਗੇ, ਠੀਕ ਹੈ। ਸੋ ਇਸੇ ਤਰ੍ਹਾਂ ਜਦੋਂ ਤੁਸੀਂ ਸਟਰਕਚਰ ਡਿਜ਼ਾਈਨਿੰਗ ਕਰੋਗੇ ਤਾਂ ਸੈੱਟ ਆਫ ਸਟੇਟਮੈਂਟਸ ਵਿਚ ਪਰਫੋਰਮ ਅ ਪਾਰਟੀਕੂਲਰ ਟਾਸਕ, ਆਪਾਂ ਉਹਨੂੰ ਮੋਡਿਊਲ ਕਹਿ ਦਿੰਦੇ ਹਾਂ। ਜਦੋਂ ਫੰਕਸ਼ਨ ਡੀਕੰਪੋਜੀਸ਼ਨ ਦੀ ਗੱਲ ਕਰਾਂਗੇ ਤਾਂ ਆਪਾਂ ਕਹਿ ਦਾਂਗੇ ਵੀ ਜੇ ਸੈੱਟ ਆਫ ਜਿਹੜੇ ਟਾਸਕ, ਜਿਹੜੇ ਸੈੱਟ ਆਫ ਸਟੇਟਮੈਂਟਸ ਅਗਰ ਕੋਈ ਟਾਸਕ ਪਰਫੋਰਮ ਕਰਦੇ ਤਾਂ ਉਹਨੂੰ ਆਪਾਂ ਫੰਕਸ਼ਨ ਕਹਿ ਦਿੰਦੇ ਹਾਂ, ਠੀਕ ਹੈ। ਆਲਮੋਸਟ ਮੀਨਿੰਗ ਜਿਹੜਾ ਇਹਨਾਂ ਦਾ ਇਕੁਅਲੈਂਟ ਜਿਹਾ ਹੀ ਹੁੰਦਾ ਹੈ, ਠੀਕ ਹੈ। ਅਤੇ ਆਪਾਂ ਕੀ ਕਰਾਂਗੇ, ਪਰ ਅਸੀਂ ਮੇਨਲੀ ਧਿਆਨ ਕੀ ਰੱਖਣਾ ਇਹ 'ਚ ਡਾਟਾ ਫਲੋ ਦਾ, ਵੀ ਡਾਟਾ ਕਿੱਧਰੋਂ ਕਿੱਧਰ ਨੂੰ ਜਾ ਰਿਹਾ, ਉਹਦੇ ਬੇਸਿਸ 'ਤੇ ਆਪਾਂ ਮੋਡਿਊਲ ਸਿਲੈਕਟ ਕਰਨੇ ਆ ਅਤੇ ਉਹਨਾਂ ਮੋਡਿਊਲਸ ਨੂੰ ਆਪਾਂ ਇੰਪਲੀਮੈਂਟ ਕਰਨਾ। ਉਹਨਾਂ ਦੀ ਹੀਰਾਰਕੀ, ਹੁਣ ਹੀਰਾਰਕੀ ਮੇਰੇ ਖਿਆਲ ਨਾਲ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਇਨਹੈਰੀਟੈਂਸ ਪੜ੍ਹੀ ਸੀ ਪੇਰੈਂਟ ਚਾਈਲਡ ਰਿਲੇਸ਼ਨਸ਼ਿਪ ਦੇ ਅਕੋਰਡਿੰਗ, ਕਿ ਅਗਰ ਇਸ ਮੋਡਿਊਲ ਤੋਂ ਇਸ ਸਾਈਡ ਨੂੰ ਡਾਟਾ ਜਾ ਰਿਹਾ ਤਾਂ ਇਹ ਅਲੱਗ ਇੰਡੀਪੈਂਡੈਂਟ ਮੋਡਿਊਲ ਹੋ ਗਿਆ, ਅਤੇ ਉਸ ਤੋਂ ਬਾਅਦ ਸਾਨੂੰ ਆਹ ਬਣਾਉਣਾ ਪੈਣਾ, ਠੀਕ ਹੈ। ਇਹ ਤੋਂ ਅੱਗੇ ਅਗਰ ਡਾਟਾ ਕਿਸੇ ਹੋਰ ਫੰਕਸ਼ਨ ਨੂੰ ਜਾ ਰਿਹਾ ਤਾਂ ਉਸ ਤੋਂ ਬਾਅਦ ਉਹ ਫੰਕਸ਼ਨ ਬਣਾਉਣਾ, ਤਾਂ ਹੁਣ ਇਹ ਆਟੋਮੈਟਿਕਲੀ ਕੀ ਬਣ ਗਈ, ਹੀਰਾਰਕੀ, ਕਿ ਆਪਾਂ ਹੀਰਾਰਕੀ ਨੂੰ ਫੋਲੋ ਕਰਦੇ ਹਾਂ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ, ਬੈਨੀਫਿਟਸ ਕੀ ਹੋ ਗਏ ਤੁਹਾਡੇ, ਕਿ ਤੁਹਾਡਾ ਜਿਹੜੀ ਕੰਪਲੈਕਸਿਟੀ ਉਹ ਘੱਟ ਜਾਂਦੀ ਹੈ, ਕਿਉਂਕਿ ਤੁਸੀਂ ਛੋਟੇ ਛੋਟੇ ਹਿੱਸੇ ਵੰਡ ਲਏ, ਛੋਟੇ ਛੋਟੇ ਮੋਡਿਊਲਸ ਵੰਡ ਲਏ, ਕੰਪਲੈਕਸਿਟੀ ਤੁਹਾਡੀ ਰਿਡਿਊਸ ਹੋ ਗਈ, ਘੱਟ ਗਈ, ਠੀਕ ਹੈ। ਦੂਸਰਾ ਕੀ ਹੋ ਗਿਆ, ਤੁਸੀਂ ਸਬ ਡਿਵਾਈਡ ਕਰ ਦਿੱਤਾ, ਮਤਲਬ ਤੁਸੀਂ ਜਿਹੜੀ ਪ੍ਰੋਬਲਮ ਹੈ ਉਹਨੂੰ ਸਬ ਡਿਵਾਈਡ ਕਰਤਾ ਛੋਟੇ ਛੋਟੇ ਹਿੱਸਿਆਂ ਦੇ ਵਿੱਚ, ਸਮੋਲਰ ਸੈਗਮੈਂਟਸ, ਇਹਨਾਂ ਸੈਗਮੈਂਟਸ ਵਰਡ ਯੂਜ਼ ਕੀਤਾ ਹੈ ਕਿ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਤੁਸੀਂ ਡਿਵਾਈਡ ਕਰ ਦਿੱਤਾ ਹੈ, ਅਤੇ ਉਹਦੇ ਕਰਕੇ ਤੁਹਾਡੀ ਕੰਪਲੈਕਸਿਟੀ ਜਿਹੜੀ ਰਿਡਿਊਸ ਹੋ ਗਈ ਹੈ। ਇਸ ਮੈਥਡ ਨੂੰ ਜਾਂ ਇਸ ਸਟਰਕਚਰ ਡਿਜ਼ਾਈਨ ਨੂੰ ਆਪਾਂ ਮੋਡੂਲਰਾਈਜੇਸ਼ਨ ਔਰ ਡੀਕੰਪੋਜੀਸ਼ਨ ਵੀ ਕਹਿੰਦੇ ਹਾਂ। ਮੋਡੂਲਰਾਈਜੇਸ਼ਨ ਕਿਉਂਕਿ ਆਪਾਂ ਮੋਡਿਊਲਸ ਬਣਾ ਲਏ ਇਸ ਕਰਕੇ ਮੋਡੂਲਰਾਈਜੇਸ਼ਨ, ਡੀਕੰਪੋਜੀਸ਼ਨ ਕਿਉਂਕਿ ਆਪਾਂ ਤੋੜ ਰਹੇ ਹਾਂ ਇਸ ਕਰਕੇ ਇਹਨੂੰ ਡੀਕੰਪੋਜੀਸ਼ਨ ਵੀ ਕਹਿ ਦਿੰਦੇ, ਠੀਕ ਹੈ। ਸੋ ਇਹ 'ਚ ਡਿਜ਼ਾਈਨ ਜਿਹੜਾ ਹੁੰਦਾ ਉਹ ਟੌਪ ਟੂ ਬੋਟਮ, ਯਾਨੀ ਕਿ ਆਪਾਂ ਟੌਪ ਟੂ ਬੋਟਮ ਜਿਹੜੀ ਅਪਰੋਚ ਹੈ ਉਹ ਯੂਜ਼ ਕਰ ਸਕਦੇ ਹਾਂ, ਠੀਕ ਹੈ। ਵਿਦ ਈਚ ਮੋਡਿਊਲ ਹੈਵਿੰਗ ਅ ਸਿੰਗਲ ਐਂਟਰੀ, ਹਰ ਮੋਡਿਊਲ ਦੀ ਇੱਕ ਸਿੰਗਲ ਐਂਟਰੀ ਹੁੰਦੀ ਹੈ, ਮਤਲਬ ਇੱਥੇ ਇੱਕ ਹੀ ਇਨਪੁਟ ਆਊਗੀ ਔਰ ਇਹਦੀ ਇੱਕ ਹੀ ਆਊਟਪੁੱਟ ਜਾਊਗੀ, ਠੀਕ ਹੈ। ਸੋ ਐਡਵਾਂਟੇਜ ਇਹਦੀ ਕੀ ਹੋ ਜਾਂਦਾ, ਕਿਉਂਕਿ ਤੁਸੀਂ ਮੋਟੇ ਮੋਟੇ ਪਹਿਲੇ ਹੀ ਮੋਡਿਊਲਸ ਆਈਡੈਂਟੀਫਾਈ ਕਰ ਲੈਣੇ ਆ ਅਤੇ ਉਹਨਾਂ ਦੀ ਪ੍ਰੋਪਰ ਟੈਸਟਿੰਗ ਹੋ ਜਾਣੀ ਕਿ ਅਗਰ ਆਹ ਮੋਡਿਊਲ ਚੱਲਦੇ ਆ ਤਾਂ ਤੁਹਾਡਾ ਓਵਰਆਲ ਸਿਸਟਮ ਵੀ ਜਿਹੜਾ ਉਹ ਚੱਲੂਗਾ, ਠੀਕ ਹੈ। ਚਾਹੇ ਇਹ ਸਿਸਟਮ ਕੰਪਲੀਟ ਹੋਵੇ ਜਾਂ ਨਾ ਹੋਵੇ, ਬਟ ਦੇਖਣ ਵਾਲੇ ਨੂੰ ਇਹ ਲੱਗਦਾ ਕਿ ਇਹ ਕੰਮ ਸਹੀ ਕਰ ਰਿਹਾ, ਵੀ ਪਹਿਲਾਂ ਇੱਥੇ ਹੀ ਇਨਪੁਟ ਆਉਣੀ ਚਾਹੀਦੀ, ਫਿਰ ਇਹਦੇ ਤੋਂ ਅੱਗੇ ਆਊਟਪੁੱਟ ਜਾਣੀ ਚਾਹੀਦੀ, ਮਤਲਬ ਦੇਖਣ ਵਾਲੇ ਨੂੰ ਇਹ ਲੱਗਦਾ ਵੀ ਕੰਮ ਸਹੀ ਹੋ ਰਿਹਾ। ਐਕਚੁਅਲ ਜਿਹਦੀ ਇੰਪਲੀਮੈਂਟੇਸ਼ਨ ਹੋਊਗੀ ਜਾਂ ਨਹੀਂ ਹੋਊਗੀ ਉਹ ਬਾਅਦ ਦੀ ਗੱਲ ਹੈ, ਪਰ ਦੇਖਣ ਵਾਲੇ ਨੂੰ ਰਿਜ਼ੈਂਬਲੈਂਸ ਲੱਗਦੀ ਹੈ ਕਿ ਇਹ ਰੀਅਲ ਸਿਸਟਮ ਦੇ ਨਾਲ ਇਹ ਮਿਲਦਾ ਜੁਲਦਾ ਹੈ, ਕਿ ਕੰਮ ਜਿਹੜਾ ਉਹ ਠੀਕ ਹੋ ਰਿਹਾ, ਕਿਉਂਕਿ ਆਪਾਂ ਨੂੰ ਮੇਨਲੀ ਤਾਂ ਸਾਡਾ ਜਿਹੜਾ ਇੰਪੋਰਟੈਂਟ ਹੁੰਦਾ ਡਾਟਾ ਹੀ ਹੁੰਦਾ। ਪੇਪਰ ਡਾਟਾ ਨੂੰ ਅਗਰ ਤੁਸੀਂ ਕੰਸੀਡਰ ਕਰੋਗੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹਰ ਬੰਦੇ ਲਈ ਉਹਦਾ ਡਾਟਾ ਹੀ ਹੈ, ਠੀਕ ਹੈ।
ਸੋ ਸਟਰਕਚਰਿੰਗ ਦਾ ਡਿਜ਼ਾਈਨ ਪ੍ਰੋਵਾਈਡਸ ਕੰਟਰੋਲ ਐਂਡ ਇੰਪਰੂਵ ਮੋਰਲ, ਮਤਲਬ ਤੁਹਾਡਾ ਕੰਟਰੋਲ ਹੌਲੀ ਹੌਲੀ ਇਨਕਰੀਜ਼ ਹੁੰਦਾ ਜਾਂਦਾ ਇੱਕ ਲੈਵਲ ਤੋਂ ਅਗਲੇ ਲੈਵਲ ਤੱਕ, ਠੀਕ ਹੈ। ਅਤੇ ਤੁਹਾਡਾ ਮੋਰਲ ਮਤਲਬ ਵੀ ਜਦੋਂ ਤੁਹਾਡਾ ਇੱਕ ਮੋਡਿਊਲ ਬਣ ਗਿਆ ਤੁਹਾਨੂੰ ਖੁਸ਼ੀ ਜਿਹੀ ਹੋ ਜਾਂਦੀ ਵੀ ਹਾਂ ਵੀ ਇੱਕ ਮੋਡਿਊਲ ਵਧੀਆ ਬਣ ਗਿਆ, ਫਿਰ ਤੁਸੀਂ ਅਗਲਾ ਬਣਾ ਲਓ, ਇਸ ਤਰ੍ਹਾਂ, ਠੀਕ ਹੈ। ਹੁਣ ਇਹਦੇ ਵਿੱਚ ਜਿਹੜਾ ਹੈ ਮੇਨ ਚੀਜ਼ਾਂ ਕੀ ਆਉਂਦੀਆਂ ਸਟਰਕਚਰ ਡਿਜ਼ਾਈਨ ਦੇ ਵਿੱਚ, ਆਪਾਂ 3 ਚੀਜ਼ਾਂ ਮੇਨ ਪੜ੍ਹਦੇ ਹਾਂ। ਮੋਡਿਊਲ, ਕਿ ਮੋਡਿਊਲ ਕੀ ਚੀਜ਼ ਹੈ। ਸੈਕੰਡ ਆਪਾਂ ਕਪਲਿੰਗ ਐਂਡ ਕੋਹੈਜ਼ਨ ਸਟੱਡੀ ਕਰਦੇ ਹਾਂ ਕਿ ਕਪਲਿੰਗ ਐਂਡ ਕੋਹੈਜ਼ਨ ਕੀ ਚੀਜ਼ ਹੈ। ਔਰ ਤੀਸਰਾ ਹੁੰਦਾ ਕਨੈਕਸ਼ਨ। ਆ 3 ਐਲੀਮੈਂਟਸ ਹੈ ਸਟਰਕਚਰਲ ਡਿਜ਼ਾਈਨ ਦੇ। ਹੁਣ ਆਪਾਂ ਇਹਨਾਂ ਨੂੰ ਦੇਖ ਲੈਂਦੇ ਵੀ ਕੀ ਚੀਜ਼ ਹੁੰਦੀ ਹੈ ਅਤੇ ਇਹਨੂੰ ਆਪਾਂ ਕਿਸ ਤਰ੍ਹਾਂ ਸਟੱਡੀ ਕਰਨਾ। ਸਭ ਤੋਂ ਪਹਿਲਾਂ ਆਪਾਂ ਮੋਡਿਊਲ ਦੀ ਗੱਲ ਕਰਦੇ ਹਾਂ, ਠੀਕ ਹੈ। ਮੋਡਿਊਲ ਹੁਣ ਜਿੱਦਾਂ ਮੈਂ ਪਹਿਲੇ ਗੱਲ ਕੀਤਾ ਕਿ ਸਮੋਲੈਸਟ ਯੂਨਿਟ ਹੋਊਗੀ, ਜਿਹੜਾ ਆਪਣਾ ਇੱਕ ਜਿਹਦਾ ਇੱਕ ਯੂਨੀਕ ਕੰਮ ਹੋਊਗਾ, ਆਪਣਾ ਇੱਕ ਅਲੱਗ ਤੋਂ ਇਹਦਾ ਕੰਮ ਹੋਣਾ, ਆਪਣਾ ਹੀ ਇਹਨੇ ਰਨ ਕਰਨਾ ਹੈ। ਸਮੋਲੈਸਟ ਯੂਨਿਟ ਹੈ, ਇਟ ਰਨ ਇੰਡੀਪੈਂਡੈਂਟਲੀ। ਰਨ ਇੰਡੀਪੈਂਡੈਂਟਲੀ ਮਤਲਬ ਉਹਨੇ ਆਪਣੀ ਮਰਜ਼ੀ ਦੇ ਨਾਲ ਖੁਦ ਰਨ ਹੋਣਾ, ਮਤਲਬ ਕਹਿ ਲਓ ਕਿ ਉਹਦੀ ਆਪਣੀ ਇੱਕ ਐਗਜ਼ਿਸਟੈਂਸ ਹੈ। ਤੁਸੀਂ ਆਪਣੀ ਮਰਜ਼ੀ ਨਾਲ ਤਾਂ ਨਹੀਂ ਕਹਿ ਸਕਦੇ, ਤੁਸੀਂ ਕਹਿ ਸਕਦੇ ਵੀ ਉਹਦੀ ਆਪਣੀ ਐਗਜ਼ਿਸਟੈਂਸ ਹੈ, ਕਿਉਂਕਿ ਹੋ ਸਕਦਾ ਜਿੱਦਾਂ ਆਹ ਵਾਲਾ ਮੋਡਿਊਲ ਹੈ, ਇਹਨੇ ਇਨਪੁਟ ਕਿਸੇ ਹੋਰ ਕੋਲ ਲਈ, ਆਊਟਪੁੱਟ ਕਿਸੇ ਹੋਰ ਨੂੰ ਦਿੱਤੀ, ਅਤੇ ਇੰਡੀਪੈਂਡੈਂਟ ਉਸ ਸੈਂਸ 'ਚ ਨਹੀਂ ਹੈ, ਇਨਪੁਟ ਆਊਟਪੁੱਟ ਦੇ ਕੇਸ ਇੰਡੀਪੈਂਡੈਂਟ ਨਹੀਂ ਹੈ, ਬਟ ਇਹਦੀ ਆਪਣੀ ਐਗਜ਼ਿਸਟੈਂਸ ਹੈ ਵੀ ਇਹਦਾ ਆਪਣਾ ਕੰਮ ਯੂਨੀਕ ਹੈ, ਅਲੱਗ ਤੋਂ ਹੈ, ਇਸ ਕਰਕੇ ਇਹਨੂੰ ਆਪਾਂ ਇੱਥੇ ਇੰਡੀਪੈਂਡੈਂਟ ਕਹਿ ਰਹੇ ਹਾਂ, ਠੀਕ ਹੈ। ਉਸ ਤੋਂ ਬਾਅਦ ਮੋਡਿਊਲ ਜਿਹੜੇ ਹੁੰਦੇ ਹੈ ਇਹਨਾਂ ਨੇ ਇੱਕ ਟੈਕਨੀਕਲੀ ਵਰਡ, ਜਿੱਦਾਂ ਮੈਂ ਤੁਹਾਨੂੰ ਇਹ ਹੁਣੇ ਸਮਝਾ ਕੇ ਹਟਿਆ ਕਿ ਇੰਡੀਪੈਂਡੈਂਟ ਨੂੰ ਇਹਨਾਂ ਨੇ ਇੱਕ ਵਰਡ ਲਿਖਤਾ ਲੌਜੀਕਲੀ ਸੈਪਰੇਟ, ਮਤਲਬ ਤੁਸੀਂ ਲੌਜੀਕਲੀ ਉਹਨਾਂ ਨੂੰ ਸੈਪਰੇਟ ਕਰ ਸਕਦੇ ਹੋ ਕਿ ਇੱਕ ਮੋਡਿਊਲ ਦੂਸਰੇ ਮੋਡਿਊਲ ਤੋਂ ਡਿਫਰੈਂਟ ਕਿਵੇਂ ਹੈ, ਤੁਸੀਂ ਦੱਸ ਸਕਦੇ ਹੋ, ਠੀਕ ਹੈ। ਹੁਣ ਇਹਦੇ ਨਾਲ ਸੇਮ ਉਹੀ ਐਫੀਸ਼ੀਐਂਸੀ ਤੁਹਾਡੀ ਵੱਧ ਜਾਣੀ ਕਿ ਪ੍ਰੋਗਰਾਮ ਤੁਸੀਂ ਤੋੜ ਲਏ, ਠੀਕ ਹੈ। ਤੁਸੀਂ ਇਕੱਲੇ ਮੋਡਿਊਲ ਨੂੰ ਇੱਕ ਮੋਡਿਊਲ ਨੂੰ ਲੋਡ ਕਰੋ ਯਾਨੀ ਕਿ ਉਹਨੂੰ ਕਹਿ ਲਓ ਕੰਪਾਈਲ ਕਰੋ, ਫਿਰ ਉਹਨੂੰ ਤੁਸੀਂ ਰਨ ਕਰਕੇ ਦੇਖ ਲਓ, ਅਗਰ ਉਹ ਸਹੀ ਚੱਲਦਾ ਇਹਦਾ ਮਤਲਬ ਤੁਸੀਂ ਅੱਗੇ ਚੱਲ ਪਵੋ, ਠੀਕ ਹੈ। ਤੁਸੀਂ ਉਹਨਾਂ ਦੇ ਸਬ ਰੂਟੀਨ ਵਰਡ ਇੱਕ ਆਪਾਂ ਯੂਜ਼ ਕਰਦੇ ਹਾਂ। ਹੁਣ ਸਬ ਰੂਟੀਨ ਮੋਡਿਊਲ ਫੰਕਸ਼ਨ ਇੱਕੋ ਜਿਹੇ ਹੋ ਗਏ, ਰਲਦੇ ਮਿਲਦੇ ਵਰਡਸ ਹੋ ਗਏ, ਠੀਕ ਹੈ। ਸਬ ਰੂਟੀਨ ਵੀ ਕਹਿ ਦਿੰਦੇ ਆ, ਪ੍ਰੋਸੀਜਰ ਵੀ ਕਹਿ ਦਿੰਦੇ ਆ। ਪ੍ਰੋਸੀਜਰ ਤੁਸੀਂ ਜਦੋਂ SQL ਪੜ੍ਹਦੇ ਹੋ ਉੱਥੇ ਆਪਾਂ ਪ੍ਰੋਸੀਜਰ ਵਰਡ ਯੂਜ਼ ਕਰਦੇ ਹਾਂ, ਸਬ ਰੂਟੀਨ ਵੀ ਉੱਥੇ ਯੂਜ਼ ਕਰਦੇ ਹਾਂ, ਮੋਡਿਊਲ ਵਰਡ ਵੀ ਆਪਾਂ ਯੂਜ਼ ਕਰਦੇ ਹਾਂ, ਫੰਕਸ਼ਨ ਵੀ ਯੂਜ਼ ਕਰਦੇ, ਇਹ ਸਾਰੇ ਰਲਦੇ ਮਿਲਦੇ ਵਰਡਸ ਹੈ, ਠੀਕ ਹੈ। ਜਾਂ ਇਹਨੂੰ ਹੁਣ ਇਹਨਾਂ ਨੇ ਪ੍ਰੋਸੈਸ ਵੀ ਕਹਿ ਦਿੱਤਾ ਕਿ ਇੱਕ ਪ੍ਰੋਸੈਸ ਹੋ ਗਿਆ, ਜਾਂ ਇੱਕ ਪੈਕੇਜ ਵੀ ਕਹਿ ਦਿੰਦੇ ਆ, ਠੀਕ ਹੈ। ਇਹ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਸਿਨੋਨਿਮਸ ਹੁੰਦੇ ਆ ਵੀ ਇਹ ਵਰਡ ਰਲਦੇ ਮਿਲਦੇ ਹੁੰਦੇ ਆ, ਤੁਸੀਂ ਬਾਰ-ਬਾਰ ਇੱਕ ਵਰਡ ਰਿਪੀਟ ਨਹੀਂ ਕਰਦੇ, ਤੁਸੀਂ ਅਲੱਗ-ਅਲੱਗ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਲਿਖ ਦਿੰਦੇ ਹੋ, ਠੀਕ ਹੈ। ਉਸ ਤੋਂ ਬਾਅਦ ਮੋਡਿਊਲ ਦੇ ਵਿੱਚ ਹੀ ਇੱਕ ਕੰਸੈਪਟ ਪੜ੍ਹਾਇਆ ਜਾਂਦਾ ਮੋਡੂਲਰਾਈਜੇਸ਼ਨ। ਹੁਣ ਇਹ ਤੁਹਾਨੂੰ ਸਮਝ ਆਈ ਗਿਆ ਹੋਣਾ ਕਿ ਮੋਡੂਲਰਾਈਜੇਸ਼ਨ ਕੀ ਹੈ। ਟੂ ਡਿਵਾਈਡ ਅ ਪ੍ਰੋਗਰਾਮ ਇਨਟੂ ਸਮੋਲ ਮੋਡਿਊਲਸ ਇਜ਼ ਨੋਨ ਐਜ਼ ਮੋਡੂਲਰਾਈਜੇਸ਼ਨ, ਕਿ ਅਗਰ ਤੁਸੀਂ ਇੱਕ ਪ੍ਰੋਗਰਾਮ ਨੂੰ ਛੋਟੇ ਮੋਡਿਊਲਸ ਦੇ ਵਿੱਚ ਵੰਡਦੇ ਹੋ ਤੁਹਾਨੂੰ ਆਪਾਂ ਮੋਡੂਲਰਾਈਜੇਸ਼ਨ ਕਹਿ ਦਿੰਦੇ ਹਾਂ, ਠੀਕ ਹੈ। ਸੋ ਮੋਡੂਲਰਾਈਜੇਸ਼ਨ ਆਪਾਂ ਕਰਦੇ ਕਿਉਂ ਹੈ, ਵੈਸੇ ਬੇਸਿਕਲੀ ਫੰਕਸ਼ਨਸ ਆਪਾਂ ਕਿਉਂ ਤੋੜਦੇ ਕਿ ਅਗਰ ਇਸ ਫੰਕਸ਼ਨ 'ਚ ਐਰਰ ਹੈ ਅਤੇ ਉਹਦੇ ਨਾਲ ਬਾਕੀਆਂ 'ਤੇ ਇਫੈਕਟ ਨਹੀਂ ਪਊਗਾ, ਜਾਂ ਮੰਨ ਲਓ ਇਹ 'ਚ ਕੋਈ ਐਰਰ ਆਉਂਦਾ ਤਾਂ ਆਪਾਂ ਨੂੰ ਇਹਨੂੰ ਚੈੱਕ ਕਰਨ ਦੀ ਲੋੜ ਹੈ। ਜੇ ਤੁਸੀਂ ਫੰਕਸ਼ਨਸ ਨਹੀਂ ਬਣਾਓਗੇ, ਸਾਰਾ ਪ੍ਰੋਗਰਾਮ ਇਕੱਠਾ ਹੀ ਤੁਸੀਂ 200 ਲਾਈਨਾਂ ਦਾ ਇੱਕੋ ਹੀ ਕੋਡ ਲਿਖਤਾ, ਹੁਣ ਉਹ 'ਚ ਸਾਰਾ ਕੋਡ ਉੱਪਰ ਤੋਂ ਲੈ ਕੇ ਥੱਲੇ ਤੱਕ ਪੜ੍ਹਨਾ ਪੈਣਾ। ਹੁਣ ਮੰਨ ਲਓ ਤੁਹਾਡਾ ਸਟੂਡੈਂਟ ਦੀ ਐਂਟਰੀ ਠੀਕ ਹੁੰਦੀ ਹੈ, ਤੁਹਾਡਾ ਉਹਦੀ ਅਟੈਂਡੈਂਸ ਠੀਕ ਹੁੰਦੀ ਹੈ, ਐਗਜ਼ਾਮੀਨੇਸ਼ਨ 'ਚ ਉਹਦਾ ਰੋਲ ਨੰਬਰ ਨਹੀਂ ਆ ਰਿਹਾ, ਇਹਦਾ ਮਤਲਬ ਇੱਥੋਂ ਲੈ ਕੇ ਇੱਥੇ ਤੱਕ ਜਿਹੜੀ ਆਊਟਪੁੱਟ ਆਉਂਦੀ ਉਹ 'ਚ ਕੁਛ ਪ੍ਰੋਬਲਮ ਹੈ, ਤੁਹਾਨੂੰ ਇੰਨਾ ਹੀ ਚੈੱਕ ਕਰਨ ਦੀ ਲੋੜ ਹੈ। ਅਗਰ ਤੁਸੀਂ ਸਾਰਾ ਕੁਛ ਇਕੱਠਾ ਹੀ ਲਿਖ ਦੋਗੇ ਤੁਹਾਨੂੰ ਫਿਰ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਾ ਹੀ ਜਿਹੜਾ ਕੋਡ ਲਿਖਿਆ ਹੋਣਾ ਤੁਹਾਨੂੰ ਸਾਰਾ ਕੁਛ ਪੜ੍ਹਨਾ ਪੈਣਾ। ਇਸ ਕਰਕੇ ਆਪਾਂ ਮੋਡੂਲਰਾਈਜੇਸ਼ਨ ਕਰ ਦਿੰਦੇ ਹਾਂ, ਛੋਟੇ ਮੋਡਿਊਲਸ ਵੰਡ ਦਿੰਦੇ ਹਾਂ ਤਾਂ ਕਿ ਤੁਹਾਡੇ ਹਰ ਕੰਪੋਨੈਂਟ ਜਿਹੜਾ ਹੁੰਦਾ ਡਿਸਕਰੀਟ ਮਤਲਬ ਅਲੱਗ-ਅਲੱਗ ਹੋਵੇ, ਔਰ ਇੱਕ ਕੰਪੋਨੈਂਟ ਦਾ ਦੂਸਰੇ ਕੰਪੋਨੈਂਟ 'ਤੇ ਇਫੈਕਟ ਵੀ ਜਿਹੜਾ ਘੱਟ ਹੁੰਦਾ। ਮਤਲਬ ਜਿੱਦਾਂ ਹੁਣ ਆਹ ਕੰਪੋਨੈਂਟ ਹੈ, ਇਹਦੀ ਡਿਪੈਂਡੈਂਸੀ ਕੀ ਹੈ, ਸਿਰਫ ਇੱਥੋਂ ਇਨਪੁੱਟ ਦੀ, ਕਿ ਇਹਨੂੰ ਇਨਪੁੱਟ ਆ ਆਉਣੀ ਚਾਹੀਦੀ, ਅਗਰ ਇਨਪੁੱਟ ਆ ਗਈ ਉਸ ਤੋਂ ਬਾਅਦ ਜੋ ਪ੍ਰੋਸੈਸਿੰਗ ਕਰਨੀ ਉਹਦਾ ਇਹਦਾ ਆਪਣਾ ਕੰਮ ਹੈ, ਠੀਕ ਹੈ। ਇਨ ਕੇਸ ਇਹਦੀ ਪ੍ਰੋਸੈਸ ਇੱਥੇ ਮੰਨ ਲਓ ਇਸ ਪ੍ਰੋਗਰਾਮ 'ਚ ਕੋਈ ਐਰਰ ਆ ਗਿਆ, ਇਸ ਮੋਡਿਊਲ 'ਚ ਕੋਈ ਐਰਰ ਆ ਗਿਆ, ਤਾਂ ਆਪਾਂ ਕੀ ਦੇਖਣਾ ਕਿ ਇਨਪੁੱਟ ਸਹੀ ਆਈ ਇੱਧਰੋਂ, ਅਗਰ ਇਨਪੁੱਟ ਸਹੀ ਆਈ ਤਾਂ ਬਾਕੀ ਇੱਥੇ ਪ੍ਰੋਸੈਸਿੰਗ 'ਚ ਕੁਛ ਪ੍ਰੋਬਲਮ ਹੈ, ਠੀਕ ਹੈ। ਉਸ ਕੇਸ 'ਚ ਤੁਸੀਂ ਕਹਿ ਸਕਦੇ ਹੋ ਕਿ ਇਹਦੇ ਉੱਤੇ ਕੋਈ ਇਫੈਕਟ ਨਹੀਂ ਹੈ, ਠੀਕ ਹੈ। ਬਾਕੀ ਡਿਪੈਂਡ ਕਰਦਾ ਵੀ ਹੁਣ ਇਹਦੀ ਪੋਜੀਸ਼ਨ ਕਿੰਨੀ ਹੈ। ਅਗਰ ਮੰਨ ਲਓ ਹੁਣ ਇਸੇ ਪਹਿਲੇ ਮੋਡਿਊਲ 'ਚ ਐਰਰ ਆ ਗਿਆ ਤਾਂ ਹੋ ਸਕਦਾ ਉਹ ਬਾਕੀਆਂ ਤੱਕ ਵੀ ਰਿਫਲੈਕਟ ਹੋ ਜਾਣ। ਕਈ ਵਾਰੀ ਕੀ ਹੁੰਦਾ ਕਿ ਐਰਰ ਇਹ 'ਚ ਹੁੰਦਾ ਪਰ ਰਿਫਲੈਕਟ ਬਾਕੀਆਂ 'ਚ ਨਹੀਂ ਹੁੰਦਾ। ਸੋ ਇਹ ਡਿਪੈਂਡ ਕਰਦਾ ਹੁਣ ਪ੍ਰੋਗਰਾਮ ਟੂ ਪ੍ਰੋਗਰਾਮ, ਸਿਸਟਮ ਟੂ ਸਿਸਟਮ। ਉਸ ਤੋਂ ਬਾਅਦ ਇੱਕ ਕੰਸੈਪਟ ਇਹਨਾਂ ਲਿਖਿਆ ਹੁੰਦਾ ਮੋਡਿਊਲ ਸਪੈਸੀਫਿਕੇਸ਼ਨ। ਮੋਡਿਊਲ ਸਪੈਸੀਫਿਕੇਸ਼ਨ ਇੱਕ ਇਹਨਾਂ ਨੇ ਆਹ ਪੁਆਇੰਟ ਲਿਖਿਆ ਹੁੰਦਾ ਹੈ ਕਿ ਬਿਫੋਰ ਦ ਡਿਟੇਲ ਡਿਜ਼ਾਈਨ ਔਰ ਕੋਡ ਆਫ ਦ ਮੋਡਿਊਲ ਕੈਨ ਬੀ ਡਿਵੈਲਪਡ, ਸਪੈਸੀਫਿਕੇਸ਼ਨ ਆਫ ਦ ਮੋਡਿਊਲ ਸ਼ੁੱਡ ਬੀ ਗਿਵਨ ਪ੍ਰੀਸਾਈਜ਼ਲੀ ਮਤਲਬ ਤੁਸੀਂ ਐਗਜ਼ੈਕਟਲੀ ਕੀ ਉਹ ਪ੍ਰੋਗਰਾਮ ਕਰੂਗਾ, ਕੀ ਉਹ ਮੋਡਿਊਲ ਕਰੂਗਾ, ਉਹਦਾ ਫੰਕਸ਼ਨ ਕੀ ਹੈ, ਉਹਦੇ ਵਿੱਚ ਕੀ ਕਹਿ ਲਓ ਕੰਮ ਹੋਣਗੇ, ਉਹਨਾਂ ਨੂੰ ਤੁਸੀਂ ਪ੍ਰੋਪਰਲੀ ਦੱਸ ਦਿਓ, ਠੀਕ ਹੈ। ਹੁਣ ਜਦੋਂ ਤੁਸੀਂ ਦੱਸ ਦਿਓ ਤਾਂ ਦੋ ਢੰਗ ਹੁੰਦੇ, ਜਾਂ ਤਾਂ ਤੁਸੀਂ ਇਨਫੋਰਮਲੀ ਦੱਸ ਦਿੰਦੇ ਹੋ ਜਾਂ ਤੁਸੀਂ ਫਾਰਮਲ ਮੈਥਡ ਯੂਜ਼ ਕਰਦੇ ਹੋ। ਮਤਲਬ ਤੁਸੀਂ ਜਦੋਂ ਉਸ ਮੋਡਿਊਲ ਦੀ ਡਿਟੇਲ ਦੇਣੀ ਹੈ ਤੁਸੀਂ ਦੋ ਮੈਥਡ ਯੂਜ਼ ਕਰੋਗੇ, ਜਾਂ ਇਨਫੋਰਮਲ ਮੈਥਡ ਜਾਂ ਤੁਸੀਂ ਫਾਰਮਲ ਮੈਥਡ। ਇਨਫੋਰਮਲ ਮੈਥਡ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਜਰਨਲੀ ਸਰ ਬੋਲ ਕੇ ਦੱਸਦਾ ਇੱਕ ਕਿਸਮ ਦਾ, ਤੁਸੀਂ ਇਸ ਤਰ੍ਹਾਂ ਮੰਨ ਲਓ। ਹੁਣ ਉਹਦੇ ਵਿੱਚ ਕੀ ਹੈ ਕਿ ਕੋਡਿੰਗ ਦੇ ਟਾਈਮ ਤੁਹਾਡੀ ਪ੍ਰੋਬਲਮ ਆ ਸਕਦੀ ਹੈ, ਕਿਉਂਕਿ ਇੱਕ ਬੰਦੇ ਨੇ ਇੱਕ ਗੱਲ ਕਹੀ, ਦੂਸਰੇ ਨੇ ਹੋ ਸਕਦਾ ਉਹਨੂੰ ਕਿਸੇ ਹੋਰ ਢੰਗ ਨਾਲ ਸਮਝਿਆ ਹੋਵੇ, ਮਤਲਬ ਜਿਸ ਢੰਗ ਨਾਲ ਤੁਸੀਂ ਸਮਝਾਉਣਾ ਚਾਹੁੰਦੇ ਹੋ ਅਗਲੇ ਬੰਦੇ ਨੂੰ ਉਹ ਗੱਲ ਸਮਝ ਹੀ ਨਹੀਂ ਆਈ, ਉਹਨੂੰ ਆਪਾਂ ਕਹਿੰਦੇ ਨੇ ਇਨਫੋਰਮਲ,
ਤੁਸੀਂ ਸਮਝਾਉਣ ਦੀ ਕੋਸ਼ਿਸ਼ ਤਾਂ ਕਰ ਰਹੇ ਹੋ, ਪਰ ਅਗਲੇ ਨੂੰ ਅਗਰ ਜੋ ਤੁਸੀਂ ਸਮਝਾਉਣਾ ਚਾਹੁੰਦੇ ਹੋ ਅਗਰ ਉਹਨੂੰ ਉਹ ਚੀਜ਼ ਸਮਝ ਹੀ ਨਹੀਂ ਆਈ ਤਾਂ ਮਤਲਬ ਉਹ ਆਪਣੇ ਅਕੋਰਡਿੰਗਲੀ ਉਹਨੂੰ ਇੰਟਰਪ੍ਰੈਟ ਕਰ ਸਕਦਾ। ਜਦੋਂ ਤੁਸੀਂ ਇਨਫੋਰਮਲ ਕੰਮ ਕਰਦੇ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਰਿਟਨ 'ਚ ਦੇ ਦਿੰਦੇ ਹੋ, ਫਿਰ ਉਹਨੂੰ ਉਹੀ ਚੀਜ਼ ਸਮਝਣੀ ਪੈਣੀ ਜੋ ਤੁਸੀਂ ਸਮਝਾਉਣਾ ਚਾਹੁੰਦੇ ਹੋ। ਮਤਲਬ ਉਹ 'ਚ ਅਨਸਰਟੇਨਟੀ ਨਹੀਂ ਰਹਿੰਦੀ, ਫਾਰਮਲ 'ਚ ਅਨਸਰਟੇਨਟੀ ਨਹੀਂ ਹੁੰਦੀ, ਪਰ ਇਨਫੋਰਮਲ ਦੇ ਵਿੱਚ ਅਨਸਰਟੇਨਟੀ ਹੁੰਦੀ ਹੈ, ਕਿਉਂਕਿ ਉਹ ਆਪਣੇ ਇਨ ਓਨ ਵੇ ਜੋ ਤੁਸੀਂ ਉਹਨੂੰ ਲਿਖ ਕੇ ਜੋ ਤੁਸੀਂ ਉਹਨੂੰ ਬੋਲ ਕੇ ਦੱਸਿਆ ਵੀ ਤੁਸੀਂ ਮੈਥਡ ਨੂੰ ਇਸ ਢੰਗ ਨਾਲ ਬਣਾਉਣਾ, ਉਹ ਆਪਣੇ ਅਕੋਰਡਿੰਗਲੀ ਉਹਨੂੰ ਇੰਟਰਪ੍ਰੈਟ ਕਰ ਸਕਦਾ। ਠੀਕ ਹੈ, ਜੋ ਹੋ ਸਕਦਾ ਡਿਜ਼ਾਈਨਰ ਦਾ ਮਤਲਬ ਡਿਜ਼ਾਈਨਰ ਦਾ ਪੁਆਇੰਟ ਆਫ ਵਿਊ ਹੋਰ ਹੋਵੇ ਮੋਡਿਊਲ ਡਿਜ਼ਾਈਨ ਕਰਨ ਦਾ, ਜਿਹੜਾ ਕੋਡਰ ਹੈ ਉਹਨੂੰ ਕੁਝ ਹੋਰ ਹੀ ਸਮਝ ਕੇ ਬਹਿ ਜਾਵੇ ਇਨਫੋਰਮਲ ਮੈਥਡ ਦੇ ਵਿੱਚ। ਬਟ ਫਾਰਮਲ ਦੇ ਵਿੱਚ ਕੀ ਹੈ ਕਿ ਤੁਹਾਡੇ ਅਨਸਰਟੇਨਟੀ ਨਹੀਂ ਹੋਊਗੀ, ਜੋ ਤੁਸੀਂ ਲਿਖ ਕੇ ਦਿੱਤਾ ਉਹੀ ਤੁਹਾਡਾ ਜਿਹੜਾ ਮੋਡਿਊਲ ਆ ਉਹ ਇੰਪਲੀਮੈਂਟ ਹੋਊਗਾ। ਠੀਕ ਹੈ, ਉਸ ਤੋਂ ਬਾਅਦ ਇਹਦੇ ਵਿੱਚ ਹੀ ਮੋਡਿਊਲ ਦੇ ਵਿੱਚ ਹੀ ਉਹਨਾਂ ਨੇ ਇੱਕ ਪੁਆਇੰਟ ਦਿੱਤਾ ਹੁੰਦਾ ਸਪੈਸੀਫਾਈਂਗ ਫੰਕਸ਼ਨ ਮੋਡਿਊਲਸ। ਇਹ ਹੁਣ ਸਿਰਫ ਇੱਕ ਕਨਸੈਪਟਸ ਹੈ ਛੋਟੇ ਛੋਟੇ, ਸਿਰਫ ਮੈਂ ਇਹਨਾਂ ਨੂੰ ਐਕਸਪਲੇਨ ਕਰ ਰਿਹਾ ਵੀ ਹੁੰਦਾ ਕਿ ਇਹ ਸਾਰੇ ਜਿਹੜੇ ਹੈਗੇ ਪਾਰਟ ਅੱਗੇ ਇਹਦੇ ਹੀ ਹੈ, ਮਾਡੂਲਰ ਦੇ ਇਹੀ ਅੱਗੇ ਪਾਰਟਸ ਆ ਰਹੇ ਹੈ। ਠੀਕ ਹੈ, ਜਾਂ ਤੁਸੀਂ ਕਹਿ ਸਕਦੇ ਹੋ ਵੀ ਸਟਰਕਚਰ ਡਿਜ਼ਾਈਨ ਦੇ ਹੀ ਪਾਰਟਸ ਹੈ, ਜਾਂ ਸਟਰਕਚਰ ਡਿਜ਼ਾਈਨ ਦੇ ਤੁਸੀਂ ਕੰਸੈਪਟ ਕਹਿ ਸਕਦੇ ਹੋ। ਸਟਰਕਚਰ ਡਿਜ਼ਾਈਨਿੰਗ 'ਚ ਕੀ ਹੁੰਦਾ, ਅਤੇ ਤੁਸੀਂ ਕਹਿ ਸਕਦੇ ਹੋ ਮੋਡਿਊਲਸ ਹੁੰਦੇ ਹੈ, ਉਸ ਦਾ ਮਾਡਲਾਈਜੇਸ਼ਨ ਉਹਦਾ ਕੰਸੈਪਟ ਆਉਂਦਾ, ਮੋਡਿਊਲ ਦੀ ਸਪੈਸੀਫਿਕੇਸ਼ਨ ਤੁਸੀਂ ਉਹਦਾ ਇੱਕ ਪਾਰਟ ਕਰ ਸਕਦੇ ਹੋ। ਸਪੈਸੀਫਾਈਂਗ ਫੰਕਸ਼ਨ ਮੋਡਿਊਲਸ ਤੁਸੀਂ ਅਲੱਗ ਤੋਂ ਲੈ ਸਕਦੇ ਹੋ। ਠੀਕ ਹੈ, ਸਪੈਸੀਫਾਈਂਗ ਫੰਕਸ਼ਨ ਮੋਡਿਊਲ ਦੇ ਵਿੱਚ ਕੀ ਹੁੰਦਾ, ਸਿਰਫ ਦੋ ਚੀਜ਼ਾਂ ਦੱਸੀਆਂ ਜਾਂਦੀਆਂ ਕਿ ਵਿਚ ਇਨਪੁਟ ਵਿਲ ਬੀ ਟੇਕਨ, ਕਿਹੜੀ ਇਨਪੁਟ ਲਈ ਜਾਊਗੀ, ਐਂਡ ਪ੍ਰੋਡਿਊਸ ਸਮ ਆਊਟਪੁੱਟ, ਔਰ ਉਹ ਕਿੱਦਾਂ ਦੀ ਆਊਟਪੁੱਟ ਪ੍ਰੋਡਿਊਸ ਕਰੂਗਾ, ਔਰ ਉਹਨਾਂ ਦਾ ਆਪਸ 'ਚ ਰਿਲੇਸ਼ਨਸ਼ਿਪ ਕੀ ਹੈ। ਵਿਚ ਸ਼ੁੱਡ ਹੈਵ ਸਮ ਰਿਲੇਸ਼ਨਸ਼ਿਪ ਵਿਦ ਦਾ ਇਨਪੁਟ, ਮਤਲਬ ਇਨਪੁਟ ਕੀ ਹੈ, ਕਿਹੜੇ ਰਿਲੇਸ਼ਨਸ਼ਿਪ ਨੂੰ ਫੋਲੋ ਕਰਕੇ, ਰਿਲੇਸ਼ਨਸ਼ਿਪ ਮਤਲਬ ਹੁਣ ਇੱਥੇ ਕੀ ਹੋ ਗਿਆ ਪ੍ਰੋਸੈਸਿੰਗ ਨੂੰ ਫੋਲੋ ਕਰਕੇ ਕਿਹੜੀ ਆਊਟਪੁੱਟ ਆਊਗੀ, ਇਹ ਚੀਜ਼ਾਂ ਦੱਸੀ ਜਾਂਦੀਆਂ। ਠੀਕ ਹੈ, ਸੋ ਇਹਦੇ ਵਿੱਚ ਕੁਝ ਕੰਸਟ੍ਰੇਂਟਸ ਵਗੈਰਾ ਜਿਹੜੀਆਂ ਹੈ ਉਹ ਵੀ ਦੱਸੀਆਂ ਜਾਂਦੀਆਂ, ਮਤਲਬ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਆਪਾਂ ਡਿਫਾਈਨ ਕਰਦੇ ਹਾਂ ਉਹਦੇ ਕੁਝ ਕੰਸਟ੍ਰੇਂਟਸ ਦੱਸੀਆਂ ਜਾਂਦੀਆਂ। ਮਤਲਬ ਇਸ ਇਨਪੁਟ ਤੋਂ ਆਹ ਆਊਟਪੁੱਟ ਤਾਂ ਹੀ ਆਊਗੀ ਅਗਰ ਆਹ ਕੰਡੀਸ਼ਨ ਐਗਜ਼ਿਸਟ ਕਰਦੀ, ਆਹ ਕੰਡੀਸ਼ਨ ਐਗਜ਼ਿਸਟ ਕਰਦੀ, ਮਤਲਬ ਉਹਨਾਂ 'ਚ ਕੋਈ ਆਪਸ 'ਚ ਰਿਲੇਸ਼ਨ ਬਣਦਾ ਹੈ। ਤੁਸੀਂ ਇਸ ਤਰ੍ਹਾਂ ਇਹਨੂੰ ਸਮਝ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਅਗਲਾ ਕੰਸੈਪਟ ਜਿਹੜਾ ਤੁਹਾਡਾ ਬੁੱਕ ਦੇ ਵਿੱਚ ਲਿਖਿਆ ਹੁੰਦਾ ਉਹ ਹੁੰਦਾ ਸਪੈਸੀਫਾਈਂਗ ਕਲਾਸਿਸ। ਹੁਣ ਇਹ ਸੇਮ ਉਹੀ ਹੈ ਜੋ ਆਪਾਂ C++ 'ਚ ਪੜ੍ਹਦੇ ਹਾਂ ਵੀ ਕਲਾਸ ਕੀ ਹੁੰਦੀ ਹੈ, ਐਬਸਟਰੈਕਟ ਡਾਟਾ ਟਾਈਪ ਹੁੰਦੀ ਹੈ, ਯੂਜ਼ਰ ਡਿਫਾਈਨਡ ਡਾਟਾ ਟਾਈਪ ਹੁੰਦੀ ਹੈ। ਠੀਕ ਹੈ, ਜਿਹੜੇ ਰਿਲੇਟਡ ਆਪਰੇਸ਼ਨਸ ਹੈ, ਜਿਹੜਾ ਰਿਲੇਟਡ ਡਾਟਾ ਤੁਹਾਨੂੰ ਲੱਗਦਾ ਹੈ ਉਹਨਾਂ ਨੂੰ ਤੁਸੀਂ ਇਕੱਠਾ ਕਰ ਲੈਂਦੇ ਹੋ। ਠੀਕ ਹੈ, ਸੋ ਇਟ ਕੰਪਰਾਈਜ਼ਸ ਆਫ ਗਰੁੱਪ ਆਫ ਰਿਲੇਟਡ ਆਪਰੇਸ਼ਨਸ ਦੈਟ ਐਕਟ ਔਨ ਅ ਪਰਟੀਕੂਲਰ ਕਲਾਸ, ਮਤਲਬ ਤੁਸੀਂ ਜਿਹੜੇ ਫੰਕਸ਼ਨਸ ਐਂਡ ਡਾਟਾ ਜੋ ਆਪਾਂ ਪਹਿਲਾਂ ਵੀ ਪੜ੍ਹਦੇ ਆਏ ਹਾਂ ਉਹਨਾਂ ਨੂੰ ਤੁਸੀਂ ਇਕੱਠਾ ਕਰ ਲੈਂਦੇ ਹੋ। ਜਾਂ ਇੱਕ ਕੰਸਟ੍ਰੇਂਟਸ ਇਹਨਾਂ ਨੇ ਵਰਡ ਯੂਜ਼ ਕੀਤਾ, ਕੰਸਟ੍ਰੇਂਟਸ ਮਤਲਬ ਉਹਨਾਂ ਦੀ ਕੁਝ ਰੀਜ਼ਨਸ ਹੈਗੇ, ਕੁਝ ਉਹਨਾਂ ਦੇ ਪਹਿਲੇ ਹੈਗੇ ਕਿ ਅਗਰ ਆਪਾਂ ਇਸ ਚੀਜ਼ ਨੂੰ ਫੋਲੋ ਕਰਦੇ ਹਾਂ, ਮਤਲਬ ਜਿੱਦਾਂ ਕਹਿ ਲਓ ਕਿ ਤੁਸੀਂ ਕਾਲਜ ਐਡਮਿਸ਼ਨ ਤਾਂ ਲੈ ਸਕਦੇ ਹੋ, ਕੋਈ ਕੰਸਟ੍ਰੇਂਟ ਹੈ ਕਿ ਅਗਰ ਤੁਸੀਂ +2 ਪਹਿਲਾਂ ਕੀਤੀ ਹੋਊਗੀ ਤਾਂ ਹੀ ਤੁਸੀਂ BCA 'ਚ ਐਡਮਿਸ਼ਨ ਲੈ ਸਕਦੇ ਹੋ, ਅਦਰਵਾਈਜ਼ ਨਹੀਂ ਲੈ ਸਕਦੇ। ਸੋ ਇਹ ਕੰਸਟ੍ਰੇਂਟ ਹੈ। ਠੀਕ ਹੈ, ਸੋ ਉਹਨਾਂ ਚੀਜ਼ਾਂ ਤੁਸੀਂ ਸਾਰਿਆਂ ਨੂੰ ਇਕੱਠਾ ਕਰ ਦਿੰਦੇ, ਉਹਨੂੰ ਆਪਾਂ ਕਲਾਸ ਕਹਿ ਦਿੰਦੇ ਹਾਂ। ਠੀਕ ਹੈ, ਇਟ ਇਜ਼ ਮੋਰ ਔਰ ਲਾਈਕ ਜੋ ਆਪਾਂ ਕਲਾਸਿਸ ਦੀ ਡੈਫੀਨੇਸ਼ਨ ਪੜ੍ਹੀ ਹੈ ਉਹੀ ਚੀਜ਼ ਹੁੰਦੀ ਹੈ। C++ ਤੁਸੀਂ ਸਟੱਡੀ ਕੀਤਾ ਹੋਇਆ ਸੇਮ ਉਹੀ ਚੀਜ਼ ਹੈਗੀ ਹੈ। ਉਸ ਤੋਂ ਬਾਅਦ ਇਹਨਾਂ ਨੇ ਬੋਲਿਆ ਕਿ ਅਗਰ ਤੁਸੀਂ ਟੂ ਸਪੈਸੀਫਾਈ ਅ ਮੋਡਿਊਲ, ਹੁਣ ਫਾਈਨਲ ਗੱਲ ਇਹ ਕਰ ਰਹੇ ਆ ਮੋਡਿਊਲ ਦੇ ਵਿੱਚ ਹੀ ਗੱਲ ਕਰ ਰਹੇ ਕਿ ਜਦੋਂ ਤੁਸੀਂ ਕਿਸੇ ਮੋਡਿਊਲ ਨੂੰ ਦੱਸਣਾ ਹੁੰਦਾ, ਆਪਾਂ ਉੱਪਰ ਇਹ ਕੰਸੈਪਟਸ ਦਾ ਪੜ੍ਹ ਲਏ ਕਿ ਮੋਡਿਊਲ ਨੂੰ ਦੱਸਣ ਲੱਗਿਆ ਆਹ ਕੰਸੈਪਟਸ ਆ ਸਕਦੇ ਆ। ਫਾਈਨਲੀ ਜਦੋਂ ਤੁਸੀਂ ਡਿਜ਼ਾਈਨ ਡਾਕੂਮੈਂਟ ਦੇ ਵਿੱਚ ਇੱਕ ਮੋਡਿਊਲ ਦੇ ਬਾਰੇ ਦੱਸਣਾ ਤਾਂ ਤੁਸੀਂ ਉਹਦੇ ਨਾਲ ਕੀ ਦੱਸਣਾ ਹੁੰਦਾ, ਉਹ ਚੀਜ਼ ਇਹ ਦੱਸਦਾ ਹੈ ਕਿ ਤੁਹਾਨੂੰ ਇੰਟਰਫੇਸ ਦੱਸਣਾ ਪਊਗਾ। ਇੰਟਰਫੇਸ ਮਤਲਬ ਤੁਸੀਂ ਇੱਥੇ ਯੂਜ਼ਰ ਡਿਫਾਈਨਡ GUI ਵੀ ਬੋਲ ਸਕਦੇ ਹੋ, ਗ੍ਰਾਫਿਕਲ ਯੂਜ਼ਰ ਇੰਟਰਫੇਸ ਵੀ ਬੋਲ ਸਕਦੇ ਹੋ। ਇੰਟਰਫੇਸ ਆਪਾਂ ਕਹਿੰਦੇ ਹਾਂ ਕਿ ਇੱਕ ਪੋਜੀਸ਼ਨ ਤੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜੋ ਡਾਟਾ ਜਾਂਦਾ ਹੈ, ਮੰਨ ਲਓ ਇੱਥੋਂ ਕੁਛ ਡਾਟਾ ਇਸ ਮੋਡਿਊਲ 'ਚੋਂ ਇਸ ਮੋਡਿਊਲ 'ਚ ਗਿਆ ਅਤੇ ਹੋ ਸਕਦਾ ਇੱਥੇ ਉਹਦੀ ਟਾਈਪ ਇੰਟੀਜਰ ਹੋਵੇ, ਇੱਧਰ ਉਹਨੂੰ ਫਲੋਟ ਰਿਸੀਵ ਕਰਨਾ ਹੋਵੇ ਅਤੇ ਰਸਤੇ ਤੁਸੀਂ ਉਹਦੀ ਕਨਵਰਜ਼ਨ ਕਰੇ। ਤਾਂ ਉਹ ਕਨਵਰਜ਼ਨ ਵਾਲਾ ਕੰਸੈਪਟ ਜੋ ਇਨ ਬਿਟਵੀਨ ਦੋ ਮੋਡਿਊਲਸ ਦੇ ਵਿੱਚ ਜੋ ਕੰਮ ਹੁੰਦਾ ਹੈ ਉਹਨੂੰ ਆਪਾਂ ਇੰਟਰਫੇਸ ਵੀ ਕਹਿ ਦਿੰਦੇ ਹਾਂ। ਠੀਕ ਹੈ, ਸੋ ਇੰਟਰਫੇਸ ਕੀ ਹੋਊਗਾ, ਜਿਹਦਾ GUI ਹੈ ਉਹ ਵੀ ਕਿਸੇ ਦਾ ਇੰਟਰਫੇਸ ਹੀ ਹੈ ਤੁਹਾਡੇ ਅਤੇ ਮਸ਼ੀਨ ਦੇ ਵਿਚਕਾਰ। ਠੀਕ ਹੈ, ਸੋ ਇੰਟਰਫੇਸ ਦੇ ਵਿੱਚ ਤੁਹਾਡਾ ਕਿਹੜੀ ਤੁਸੀਂ ਡਾਟਾ ਯੂਜ਼ ਕਰਨਾ ਹੈ, ਕਿਹੜੀ ਟਾਈਪਸ ਹੋਣਗੀਆਂ, ਉਹਨਾਂ ਦਾ ਪਰਪਸ ਕੀ ਹੈ, ਰੋਲ ਕੀ ਹੈ, ਕਿਹੜੀ ਇਨਪੁਟ ਆਊਗੀ, ਉਹਦੇ ਅਕੋਰਡਿੰਗਲੀ ਆਊਟਪੁੱਟ ਕੀ ਆਊਗੀ, ਇਹ ਸਾਰੀਆਂ ਚੀਜ਼ਾਂ ਤੁਸੀਂ ਇਹ 'ਚ ਦੱਸਣੀਆਂ ਹੁੰਦੀਆਂ। ਠੀਕ ਹੈ, ਅਤੇ ਅਗਰ ਇਸ ਮੋਡਿਊਲ ਦਾ ਦੂਸਰਾ ਜਿਹੜੀ ਇੰਪੋਰਟੈਂਟ ਦੱਸਣੀ ਚੀਜ਼ ਦੱਸਣੀ ਹੁੰਦੀ ਤੁਸੀਂ ਇੰਪੈਕਟ, ਅਗਰ ਇਸ ਮੋਡਿਊਲ ਦਾ ਕਿਸੇ ਹੋਰ ਮੋਡਿਊਲ ਦੇ ਉੱਤੇ ਕੋਈ ਇੰਪੈਕਟ ਹੈ ਜਾਂ ਉਹ ਇੱਕ ਦੂਜੇ ਦੇ ਉੱਤੇ ਕਿੱਦਾਂ ਡਿਪੈਂਡੈਂਟ ਹੈ, ਅਤੇ ਉਹ ਚੀਜ਼ਾਂ ਵੀ ਤੁਸੀਂ ਸਾਰੀਆਂ ਇਹਦੇ ਵਿੱਚ ਦੱਸਣੀਆਂ ਹੁੰਦੀਆਂ ਮੋਡਿਊਲਸ ਦੇ ਕੇਸ 'ਚ। ਠੀਕ ਹੈ, ਆਪਾਂ ਇਹੀ ਗੱਲਾਂ ਕਰਨਾ ਮੋਡਿਊਲਸ ਜਿਹੜਾ ਕਪਲਿੰਗ, ਕੋਹੈਜ਼ਨ ਅਤੇ ਇੱਕ ਤੁਹਾਡੇ ਕਮਿਊਨੀਕੇਸ਼ਨ ਰਹਿ ਗਿਆ, ਉਹ ਆਪਾਂ ਨੈਕਸਟ ਕਲਾਸ 'ਚ ਕਰਾਂਗੇ। ਫਿਲਹਾਲ ਅਗਰ ਤੁਹਾਡਾ ਕੋਈ ਡਾਊਟ ਹੈ ਤਾਂ ਪੁੱਛ ਲਓ। ਆਪਾਂ ਕੱਲ੍ਹ ਇਹ ਤੁਹਾਡਾ ਖਤਮ ਕਰ ਦੇਵਾਂਗੇ ਟੌਪਿਕ ਜਿਹੜਾ ਸਿਸਟਮ ਡਿਜ਼ਾਈਨ ਵਾਲਾ, ਕਪਲਿੰਗ, ਕੋਹੈਜ਼ਨ, ਇੱਕ ਤੁਹਾਡਾ ਉਹ ਰਹਿ ਗਿਆ ਕਮਿਊਨੀਕੇਸ਼ਨ ਰਹਿ ਗਿਆ, ਅਤੇ ਇੱਕ ਫੰਕਸ਼ਨ ਡੀਕੰਪੋਜੀਸ਼ਨ ਉਹ ਛੋਟਾ ਜਿਹਾ ਟੌਪਿਕ ਹੈ, ਉਹ ਵੀ ਮੈਂ ਤੁਹਾਨੂੰ ਕੱਲ੍ਹ ਸਮਝਾ ਦਾਂਗਾ।